ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾ ਦਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋ ਜਿ ਕਹੀਜੈ। ਕੋਟ ਇੰਦਰ ਇੰਦਰਾਣ ਸ਼ਾਹੇ ਸ਼ਾਹਾਨ ਗੜੀਜੈ। ਤ੍ਰਿਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਮਨ ਦ੍ਰਿਣ ਕਹਿਤ। ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਗੁਰੂ ਨਾਨਕ। ਪਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਜੀ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੋਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ। ਗੁਰੂ ਹਰਿਕ੍ਰਿਸ਼ਨ ਜੀ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਦਾ ਮਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ। ਬੰਦੋ ਜੀ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨੂੰ ਸੰਤਨ ਕੋ ਬੰਦਨਾ ਸਿਰ ਚਰਨਨ ਪ੍ਰਧਾਰ। ਪੂਰਨ ਦੇਖਿਓ ਆਤਮਾ ਦਵੈਤੈ ਸਰਬ ਨਿਵਾਰ। ਭੈ ਸ਼ਾਂਤ ਮਨ ਸੰਤ ਜੋ ਤਿਨ ਪਗ ਨਮੋ ਹਮਾਰ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ। ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਾਲ ਪੁਰਖ ਕੀ ਦੇਹ ਮੋਹ ਕੋਟਿਕ ਵਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਮੋਹ ਕੂਚਰੈ ਸ਼ਾਸਤਰ ਖਟ ਪਿੰਗ ਗਿਰਨ ਜੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸਨ ਸੋਏ। ਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸਨ ਸੋਏ। ਸਤਨਾਮ ਦੋਹਰਾ। ਸ੍ਰੀ ਵਾਹਿਗੁਰੂ ਜੀ ਵਸ ਮੇਰੋ ਪਰ ਨ ਚੱਲੈ ਭਇਓ ਤੁਸ਼ਨੀ ਸੋਏ। ਬਸ ਮੋਰੇ ਪਰ ਨ ਚੱਲੈ ਭਇਓ ਤੁਸ਼ਨੀ ਸੋਏ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਦੀਨ ਦਿਆਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਮਹਾਰਾਜ। ਪਤਿਤ ਪਾਵਨ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਤੇ ਮਹਾਂਪੁਰਖਾਂ ਦੀ ਯਾਦ ਚ ਨਿਤ ਲੜੀਵਾਰ ਗੁਰ ਇਤਿਹਾਸ ਆਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਬ੍ਰਿਤਾਂਤ ਸਰਵਨ ਕਰਦੇ ਆ ਰਹੇ ਹੋ। ਪਿੱਛੇ ਆਪ ਜੀ ਨੇ ਸਰਵਨ ਕੀਤਾ, ਕਿਉਂਕਿ ਬਹੁਤ ਲੰਬਾ ਇਤਿਹਾਸ ਹੈ। ਮਾਲੋ ਸ਼ੇਖ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਚਰਚਾ ਕੀਤੀ। ਮਾਲੋ ਸ਼ੇਖ ਰੱਤੜ ਛੱਤੜ ਪਿੰਡ ਦੇ ਰਹਿਣ ਵਾਲਾ ਸੀਗਾ। ਇਹ ਰੱਤੜ ਛੱਤੜ ਪਿੰਡ ਉਧਰ ਹੀ ਲੈਲਪੁਰ ਜ਼ਿਲ੍ਹਾ ਦੇ ਵਿੱਚ ਕੂਨੀਆਂ ਤਹਿਸੀਲ ਦੇ ਵਿੱਚ ਆ ਗਏ ਹਨ। ਫਿਰ ਇਸ ਤੋਂ ਬਾਅਦ ਉਬਾਰੇ ਖਾਂ ਆ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਿਆ। ਉਬਾਰੇ ਖਾਂ ਨੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵਸਤਰ ਲਿਆ ਕਰਕੇ ਅਰਪਣ ਕੀਤਾ। ਕਹਿੰਦੇ ਬੜਾ ਕੀਮਤੀ ਵਸਤਰ ਹੈ। ਫਿਰ ਚਾਦਰਾਂ ਬਣਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਧਾਰਨ ਕਰ ਲਈਆਂ। ਫਿਰ ਜਿਹੜਾ ਉਬਾਰੇ ਖਾਂ ਸੀ, ਇਹ ਪਹਿਲਾਂ ਵੀ ਪੀਰਾਂ ਨੂੰ ਮੰਨਦਾ ਸੀਗਾ। ਇਹਦਾ ਪੀਰ ਸੀਗਾ ਅਬਦੁਲ ਰਹਿਮਾਨ ਕਾਦਰੀ, ਚਿਸ਼ਤੀ, ਕਾਦਰੀ, ਇਹ ਸੰਪਰਦਾਵਾਂ ਦੇ ਨਾਮ ਨੇ। ਤੇ ਇਸ ਤਰ੍ਹਾਂ ਨਾਲ ਇਹਨੇ ਜਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਜਦੋਂ ਕਾਦਰੀ ਪੀਰ ਅਬਦੁਲ ਰਹਿਮਾਨ ਕੋਲ ਕੀਤੀ, ਉਹ ਕਹਿੰਦਾ ਐ ਕਿਵੇਂ ਹੋ ਸਕਦਾ। ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਦਾ ਵੀ ਹੰਕਾਰ ਮਾਣ ਦੂਰ ਕੀਤਾ। ਜਦੋਂ ਇਹ ਅਬਦੁਲ ਰਹਿਮਾਨ ਪੀਰ ਦਾ ਸੇਵਕ ਉਬਾਰੇ ਖਾਂ ਸਤਿਗੁਰੂ ਸਾਹਿਬ ਜੀ ਦੇ ਕੋਲ ਵਸਤਰ ਲੈ ਕੇ ਆਇਆ, ਮਹਾਰਾਜ ਨੇ ਧਾਰਨ ਕਰ ਲਏ। ਫਿਰ ਮਹਾਰਾਜ ਜੀ ਨੇ ਪੁੱਛਿਆ ਬਈ ਉਹ ਪੀਰ ਜਿਹੜਾ ਤੇਰਾ ਪਹਿਲਾ ਗੁਰੂ ਹੈ, ਉਹ ਸਾਡੇ ਵਾਸਤੇ ਕੀ ਕਹਿੰਦਾ ਸੀ। ਫਿਰ ਕਹਿੰਦਾ ਮਹਾਰਾਜ ਉਹ ਤਾਂ ਮੈਂ ਦੱਸ ਨਹੀਂ ਸਕਦਾ ਕੀ ਕਹਿੰਦਾ ਸੀ। ਜਿਹੜਾ ਪਹਿਲਾ ਗੁਰੂ ਸੀ ਸਾਡਾ, ਉਹ ਕੀ ਕਹਿੰਦਾ ਸੀ ਤੁਹਾਡੇ ਬਾਰੇ। ਫਿਰ ਮਹਾਰਾਜ ਕਹਿੰਦੇ ਨਹੀਂ ਤੂੰ ਦੱਸ ਦੇ। ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੀ ਹੈ। ਕਹਿੰਦੇ ਨਹੀਂ ਮਹਾਰਾਜ, ਕਹਿੰਦੇ ਤੂੰ ਦੱਸ। ਕਹਿੰਦਾ ਜੀ ਇਸ ਤਰ੍ਹਾਂ ਕਹਿੰਦਾ ਸੀ ਬਈ ਉਹ ਤਾਂ ਹਿੰਦੂ ਪਲੀਤ ਹੈ, ਉਹ ਜਿਹੜਾ ਤੂੰ ਨਵਾਂ ਗੁਰੂ ਧਾਰਨ ਕਰ ਲਿਆ, ਉਹਦੀ ਵਡਿਆਈ ਨਾ ਮੇਰੇ ਕੋਲ ਕਰ। ਐ ਕਹਿੰਦਾ ਸੀ ਕਿ ਕੱਲ ਨੂੰ ਮੈਂ ਉਹਨੂੰ ਉੱਥੋਂ ਉਠਾ ਹੀ ਦੇਣਾ, ਆਪਦੇ ਇਲਾਕੇ ਦੇ ਵਿੱਚ ਉਹਨੂੰ ਰਹਿਣ ਨਹੀਂ ਦੇਣਾ, ਇਹ ਕਹਿੰਦਾ ਸੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਪੀਰ ਅਬਦੁਲ ਰਹਿਮਾਨ ਕਾਦਰੀ ਨੂੰ ਮਿਲਦੇ ਆ। ਸਤਿਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਉਠਾਉਂਦਾ ਹੈ, ਕਿਸ ਤਰ੍ਹਾਂ ਵਾਰਤਾ ਕਰਦਾ ਹੈ। ਅੱਗੇ ਭਾਈ ਸਾਹਿਬ ਜੀ ਇਸ ਨੂੰ ਲੜੀਵਾਰ ਲਿਖ ਰਹੇ ਆ। ਸੁਰਤੀ ਇਕਾਗਰ ਕਰਕੇ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਸ ਮੋਰੇ ਪਰਨੈ ਚਲੈ, ਭਇਓ ਤੂਸ਼ਨੀ ਸੋਏ। ਪ੍ਰੇਮ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਿੰਦੇ ਜੀ ਮੇਰੇ ਤੇ ਵਸ ਤਾਂ ਉਸ ਦਾ ਕੋਈ ਚੱਲਿਆ ਨਹੀਂ। ਫਿਰ ਅਸੀਂ ਚੁੱਪ ਕਰ ਗਏ। ਆਪਸ ਦੇ ਵਿੱਚ ਬੜੇ ਸਵਾਲ ਜਵਾਬ ਕੀਤੇ। ਉਹਨੇ ਆਪ ਜੀ ਨੂੰ ਮੰਨਿਆ ਨਹੀਂ। ਕਹਿੰਦਾ ਮੈਂ ਤਾਂ ਕੱਲ ਨੂੰ ਹੀ ਉਠਾ ਦਿਆਂਗਾ। ਫਿਰ ਮੈਂ ਕਿਹਾ ਇਹਦੇ ਮੂਰਖ ਨਾਲ ਬੋਲ ਕੇ ਕੀ ਲੈਣਾ, ਵੀ ਕੋਈ ਨਾ ਭਾਈ ਤੂੰ ਉਠਾ ਦਈ ਆ ਕੇ, ਕੋਈ ਨਾ ਫਿਰ ਦੇਖਿਆ ਜਾਊਗਾ ਜਦੋਂ ਉਠਾ ਦੇਂਗਾ। ਕਹਿੰਦੇ ਇਸ ਤਰ੍ਹਾਂ ਨਾਲ ਚੁੱਪ ਕਰ ਗਏ ਹਨ। ਇਸ ਵਿਦ ਗਰਵਤ ਸੇਖ ਔਰ ਮਿਲੋ ਨਾ ਲੱਜਿਤ ਹੋਏ। ਜੇ ਮਿਲੋਗੇ ਮਹਾਰਾਜ ਫੇਰ ਸ਼ਰਮਿੰਦਾ ਹੋਊਗਾ। ਇਸ ਤਰ੍ਹਾਂ ਹੰਕਾਰ ਦੇ ਵਿੱਚ ਤਾਂ ਉਹਨੇ ਬੋਲ ਦਿੱਤੇ ਆ। ਚੌਪਈ ਸ੍ਰੀ ਅੰਗਦ ਸੁਨਤਹਿ ਉਪਰੰਤਾ। ਇਸ ਤੋਂ ਬਾਅਦ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਨਾਲ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹ ਕਥਾ ਅੱਗੇ। ਮੁਝ ਸੋ ਬੋਲੇ ਗੁਰ ਭਗਵੰਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਬਚਨ ਕੀਤਾ, ਆਖਣਾ ਕੀਤਾ ਉੱਥੇ ਬੈਠਿਆ ਹੋਇਆ। ਚਲ ਬਾਲੇ ਅਬ ਤਹਿ ਕੋ ਦੇਖੀ। ਚਲੋ ਭਾਈ ਹੁਣ ਉਹਨੂੰ ਚੱਲ ਕਰਕੇ ਅਬਦੁਲ ਰਹਿਮਾਨ ਕਾਦਰੀ ਨੂੰ ਦੇਖੀਏ।
ਕੀ ਕਹਿੰਦਾ ਉਹ ਆਪਣੇ ਵਾਸਤੇ? ਮਹਾਰਾਜ ਕਹਿੰਦੇ ਚਲੋ ਉਹਨੂੰ ਚੱਲ ਕਰਕੇ ਮਿਲਣਾ ਕਰੀਏ ਆਪਾਂ। ਛੇਕ ਫੂਕਣੀ ਹਰੇ ਵਿਸ਼ੇਖੀ, ਜਿਹੜੀ ਉਹਦੇ ਵਿੱਚ ਬਹੁਤ ਹੰਗਤਾ, ਮਮਤਾ, ਹੰਕਾਰ, ਇਹ ਜਿਹੜਾ ਉਹਦਾ ਦੂਰ ਕਰੀਏ। ਮਹਾਰਾਜ ਕਹਿੰਦੇ ਫੂਕ ਹੰਕਾਰ ਦੀ ਭਰੀ ਹੋਈ ਕੱਢੀਏ ਉਹਦੀ ਚੱਲ ਕਰਕੇ। ਕਰ ਗਮਨੇ ਕਿਰਪਾ ਨਿਕੇਤ, ਇਸ ਤਰ੍ਹਾਂ ਬਚਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਸਾਰੀ ਗੱਲ ਤੇ ਕਹਿੰਦੇ ਕਿਸ ਤੋਂ? ਉਬਾਰੇ ਖਾਂ ਤੋਂ। ਤੇ ਕਹਿੰਦੇ ਪੀਰ ਅਬਦੁਲ ਰਹਿਮਾਨ ਕਾਦਰੀ ਨੂੰ ਮਿਲਣ ਵਾਸਤੇ ਚੱਲ ਪਏ। ਕਰਮ ਸੇਕ ਕੇ ਲਜਿਤ ਹੇਤਾ, ਕਿਉਂਕਿ ਮਹਾਰਾਜ ਜੀ ਉਹਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਸੀ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਚਲੋ ਗਾਰੀ ਆਪ ਉਬਾਰਾ, ਮਹਾਰਾਜ ਜੀ ਉਬਾਰੇ ਖਾਂ ਨੂੰ ਕਹਿੰਦੇ ਭਾਈ ਤੇਰਾ ਗੁਰੂ ਮਾਲੋ ਸੇਖ ਹੈ ਜਿਹਨੇ ਤੈਨੂੰ ਸਾਡੇ ਨਾਲ ਮਿਲਾਇਆ। ਕਹਿੰਦੇ ਜੀ ਨਹੀਂ, ਤੁਸੀਂ ਗੁਰੂ ਹੋ ਵੱਡੇ। ਕਹਿੰਦੇ ਫਿਰ ਚੰਗਾ, ਤੂੰ ਜੇ ਗੁਰੂ ਮੰਨਦਾ ਅੱਗੇ ਅੱਗੇ ਚੱਲ। ਦੇਰ ਕੁਛਕ ਆਗਮਨ ਹਮਾਰਾ, ਅਸੀਂ ਤੇਰੇ ਪਿੱਛੇ ਪਿੱਛੇ ਆਉਨੇ ਆ ਕੇ ਪੀਰ ਨੂੰ ਮਿਲਦੇ ਆ, ਗੱਲਬਾਤ ਕਰਦੇ ਆ, ਦੱਸਦੇ ਆ ਕਿਸ ਤਰ੍ਹਾਂ ਉਠਾ ਦੇਵੇਗਾ। ਗਇਓ ਬਾਰਾ ਟਿਕਤਹਿ ਕਾਲ, ਉਸੇ ਵੇਲੇ ਉਬਾਰੇ ਖਾਂ ਅੱਗੇ ਅੱਗੇ ਚੱਲ ਪਿਆ ਹੈ ਅਬਦੁਲ ਰਹਿਮਾਨ ਕਾਦਰੀ ਵੱਲ। ਗਮਨੇ ਮੰਦ ਮੰਦ ਕਿਰਪਾਲਾ, ਗੁਰੂ ਜੀ ਹੌਲੀ ਹੌਲੀ ਆਪਦੀ ਮੌਜ ਦੇ ਵਿੱਚ, ਮੰਦ ਮੰਦ ਹੌਲੀ ਹੌਲੀ ਮੌਜ ਦੇ ਵਿੱਚ ਚੱਲ ਪਏ ਕਿਰਪਾਲੂ ਜੀ। ਆਗੇ ਸੋ ਸ਼ਿਵ ਕਾ ਆਰੂੜ, ਅੱਗੇ ਜਦੋਂ ਥੋੜਾ ਜਿਹਾ ਗਏ ਨਾ, ਉਹ ਅਬਦੁਲ ਰਹਿਮਾਨ ਕਾਦਰੀ ਸ਼ਿਵ ਕਾ ਨਾਮ ਪਾਲਕੀ ਦੇ ਵਿੱਚ ਚੜਿਆ ਆ ਰਿਹਾ ਹੈ। ਜਾਤ ਕਿਤੇ ਅਭਿਨਾਮੀ ਗੁੜਾ, ਉਹਦੇ ਮਨ 'ਚ ਬੜਾ ਹੰਕਾਰ ਹੈ, ਬੜਾ ਉਹਨੂੰ ਆਪਦੀ ਬਿਰਤੀ ਪਰਪੱਕ ਹੈ, ਕਿਸੇ ਦੀ ਬਿਰਤੀ ਨਹੀਂ ਜਾਣ ਸਕਦਾ। ਤਾਂ ਇਸ ਤਰ੍ਹਾਂ ਜਾ ਰਿਹਾ ਹੈ। ਮਾਨਵ ਜੇ ਬ੍ਰਿੰਦ ਸੰਗਾਰੇ, ਬਹੁਤ ਸਾਰੇ ਲੋਕ ਉਹਦੇ ਚੇਲੇ ਬਾਲ ਕੇ ਨਾਲ ਸੰਗੀ ਸੇਵਕੀ, ਕਿਸੇ ਨੇ ਤੌਲੀਆ ਚੱਕਿਆ, ਕਿਸੇ ਨੇ ਜੁੱਤੀਆਂ ਚੱਕੀਆਂ, ਕਿਸੇ ਨੇ ਗੜਬਾ ਚੱਕਿਆ, ਕਿਸੇ ਨੇ ਮਾਲਾ ਚੱਕੀ ਹੈ, ਕਿਸੇ ਨੇ ਸੋਟੀ ਚੱਕੀ ਹੈ, ਕੋਈ ਉਹੀ ਹੱਥ ਜੋੜ ਕੇ ਖੜਾ। ਐ ਕਈ ਉਹਦੇ ਚੱਲੇ ਵਾਲੇ ਨਾਲ ਸੰਗੀ ਸੇਵਕੀ ਹਨ। ਸ੍ਰੀ ਗੁਰੂ ਆਵਨ ਸਭੈ ਨਿਹਾਰੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖਣਾ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ ਦੇਖਣਾ ਕੀਤਾ। ਪੀਰ ਅਬਦੁਲ ਰਹਿਮਾਨ ਕਾਦਰੀ ਦੇ ਜੱਥੇ ਨੇ ਸ਼ੇਖ ਸੰਗ ਤਬ ਬਚਨ ਅਲਾਵਤ, ਉਸ ਵੇਲੇ ਨਾ ਸ਼ੇਖ ਨੂੰ ਉਹਦੇ ਸੇਵਕ ਜਿਹੜੇ ਹਨ ਨਾ ਦੇਖ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ, ਜਿਹੜੇ ਨਾਲ ਚੇਲੇ ਬਾਲ ਕੇ ਉਹਨਾਂ ਨੇ ਦੇਖਿਆ ਵੀ ਅੱਗੇੋਂ ਗੁਰੂ ਨਾਨਕ ਦੇਵ ਜੀ ਆ ਰਹੇ ਆ। ਉਹ ਸਿਆਣੇ ਸਿਆਣੇ ਅੱਗੇ ਜਿਹੜੇ ਸੀ ਕਹਿਣ ਲੱਗੇ ਉਸ ਨੂੰ, ਅਬਦੁਲ ਰਹਿਮਾਨ ਕਾਦਰੀ ਨੂੰ ਦੱਸਿਆ। ਸੁਨੋ ਸਹਾਜੀ ਤਪਾਸੋ ਆਵਤ, ਕਹਿੰਦੇ ਮਹਾਰਾਜ ਜੀ ਅੱਗੇ ਜਿਹੜਾ ਨਾ ਸ਼ਾਹ ਜੀ, ਪੀਰ ਜੀ, ਜਿਹੜੇ ਤਪਾ ਗੁਰੂ ਨਾਨਕ ਦੇਵ ਜੀ ਆ ਰਹੇ ਆ। ਇਹਨਾਂ ਨਾਲ ਤਾਂ 15-20 ਬੰਦੇ ਨੇ, ਉਹਨਾਂ ਨਾਲ 1-2 ਬੰਦੇ ਨੇ, ਇਸ ਤਰ੍ਹਾਂ ਆ ਰਹੇ ਹਨ। ਦੋਹਰਾ ਆਦਰ ਮਾਨ ਸੁਨਕਾਨ, ਇਹ ਆਦਰ ਕਰਨੇ ਹੇਤ, ਜਦੋਂ ਉਹਨੇ ਅਬਦੁਲ ਰਹਿਮਾਨ ਨੇ ਕੰਨਾਂ 'ਚ ਸੁਣਿਆ, ਪਾਲਕੀ 'ਚ ਬੈਠੇ ਨੇ ਵੀ ਅੱਗੇੋਂ ਗੁਰੂ ਨਾਨਕ ਦੇਵ ਜੀ ਆ ਰਹੇ ਆ, ਉਸੇ ਵੇਲੇ ਕਹਿੰਦੇ ਛਾਲ ਮਾਰ ਕੇ ਪਾਲਕੀ ਦੇ ਵਿੱਚੋਂ ਉਤਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐ ਮਨ ਫੇਰ ਦਿੱਤਾ, ਮਹਾਰਾਜ ਜੀ ਨੇ ਉਹਦਾ ਮਨ ਫੇਰ ਦਿੱਤਾ। ਪਾਲਕੀ ਦੇ ਵਿੱਚੋਂ ਉਤਰ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ, ਜਿਹੜਾ ਕਹਿੰਦਾ ਸੀ ਮੈਂ ਤਾਂ ਹੁਣੇ ਉਠਾ ਦਿਆਂਗਾ, ਕੱਲ ਨੂੰ ਤਾਂ ਜਾ ਕੇ ਚੱਕ ਦਿਆਂਗਾ, ਤਾਂ ਇਸ ਤਰ੍ਹਾਂ ਪਾਲਕੀ ਦੇ ਵਿੱਚੋਂ ਉਤਰ ਆਇਆ। ਉਤਰੋ ਸ਼ਿਵਕਾ ਤੇ ਤਰੇ ਪਿਖ ਬੇਦੀ ਕੁਲ ਕੇਤ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਹੱਥ ਜੋੜ ਕੇ ਖਲੋ ਗਿਆ। ਉਸੇ ਵਕਤ ਪਾਲਕੀ ਨੂੰ ਛੱਡ ਕੇ ਆਖਦੇ ਹਨ, ਸੁਣ ਕੇ ਕੰਨਾਂ ਦੇ ਵਿੱਚ ਨਾਂ ਗੁਰੂ ਨਾਨਕ ਦੇਵ ਜੀ ਦਾ। ਆਪਸੀ ਦੇਖ ਲਓ, ਗੁਰੂ ਗ੍ਰੰਥ ਸਾਹਿਬ ਜੀ ਜਾਂਦੇ ਹੁੰਦੇ ਆ, ਉੱਠਦੇ ਹੀ ਨਹੀਂ, ਉੱਠ ਕੇ ਖੜੇ ਹੀ ਨਹੀਂ ਹੁੰਦੇ, ਮੱਥਾ ਹੀ ਨਹੀਂ ਟੇਕਦੇ। ਕਹਿੰਦੇ ਜੋ ਸਿਰ ਸਾਈਂ ਨਾ ਦੇਵੈ ਸੋ ਸਿਰ ਕੱਪ ਉਤਾਰ। ਫਿਰ ਵੱਡੇ ਜਾਣਗੇ, ਫਿਰ ਚੁੱਲ੍ਹਿਆਂ ਦੇ ਵਿੱਚ ਲੱਕੜਾਂ ਦੇ ਮੁੱਢ ਬਾਲ ਕੇ, ਦਰਖਤਾਂ ਦੇ ਮੁੱਢ ਬਣਾਂਗੇ, ਫਿਰ ਉਹ ਬਾਲ ਕੇ ਆਪਾਂ ਨੂੰ ਫੂਕਣਗੇ, ਫਿਰ ਸਵਾਦ ਆਊਗਾ। ਇਸ ਕਰਕੇ ਪਹਿਲਾਂ ਜਿਹੜਾ ਗੁਰੂ ਮਹਾਰਾਜ ਜੀ ਦਾ ਜਦੋਂ ਅਸਵਾਰਾ ਹੁੰਦਾ ਨਾ, ਉਦੋਂ ਉੱਠ ਕੇ ਪਹਿਲਾਂ ਸਤਿਕਾਰ, ਜਦੋਂ ਘੰਟੀ ਵੱਜੇ, ਜਦੋਂ ਹੂਟਰ ਵੱਜੇ, ਅਗਲਾ ਗਾਲਾਂ ਕੱਢਣ ਲੱਗ ਜਾਂਦਾ। ਕੋਈ ਮਿਨਿਸਟਰ ਜਾਂਦਾ ਹੋਣਾ, ਕੋਈ ਚੋਰ, ਕੋਈ ਗੁੰਡਾ, ਕੋਈ ਬਦਮਾਸ਼ ਜਾਂਦਾ ਹੋਣਾ, ਅਗਲੇ ਕਹਿਣ ਲੱਗ ਜਾਂਦੇ ਆ। ਪਰ ਘੰਟੀ ਜਦੋਂ ਸ਼ੰਖ ਵੱਜੇ, ਘੜਿਆਲ ਵੱਜੇ, ਪੁਰਾਤਨ ਰੀਤ ਹੈ, ਉਦੋਂ ਨਹੀਂ ਕੋਈ ਐ, ਉਦੋਂ ਅਗਲਾ ਕਹਿੰਦਾ ਉੱਠ ਕੇ, ਕਈ ਖੜੇ ਹੀ ਨਹੀਂ ਹੁੰਦੇ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਖੜੇ ਹੋਣਾ, ਜਿਹੜਾ ਕਹਿੰਦੇ ਸਨਮੁਖੀ ਸਤਿਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਦੋਵੇਂ ਹੱਥ ਜੋੜ ਕੇ ਖਲੋ ਗਿਆ, ਆਪਦੀ ਪਾਲਕੀ ਨੂੰ ਛੱਡ ਕੇ। ਚੌਪਈ ਅਵਲੋਕਤ ਸਨਮੁਖ ਹੋਏ ਠੰਡ, ਨੇੜੇ ਹੀ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਐਸਾ ਮਨ ਫਿਰਿਆ, ਐਸਾ ਮਨ ਦੇ ਵਿੱਚ ਜਿਹੜਾ ਅਵਾ ਤਵਾ ਬੋਲਦਾ ਸੀਗਾ। ਕਹਿੰਦੇ ਪਾਗਲਾਂ ਨੂੰ ਮਹਾਰਾਜ ਠੀਕ ਕਰ ਦਿੰਦੇ ਆ,
ਜਿਹੜੇ ਆਵਾ ਤਵਾ ਬੋਲਦਾ ਸੀ ਕਹਿੰਦੇ ਹੱਥ ਜੋੜ ਕੇ ਖਲੋ ਗਿਆ ਹੈ। ਲਖਿਓ ਆਜ ਕਸ ਹੈ ਚੋ ਬਾਡੋ, ਕਿਉਂਕਿ ਵੈਰੀ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ। ਤੇ ਪਰਮੇਸ਼ਰ ਦਾ ਜਿੱਥੇ ਪਲ ਪ੍ਰਤਾਪ ਹੈ ਉੱਥੇ ਵੈਰੀਆਂ ਤੋਂ ਵੀ ਮਿੱਤਰ ਹੋ ਜਾਂਦੇ ਆ। ਬੜਾ ਮਨ ਦੇ ਵਿੱਚ ਕਹਿੰਦੇ ਉਹਦੇ ਚਾਅ ਪੈਦਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ। ਜਿਹੜਾ ਕਹਿੰਦਾ ਸੀ ਮੈਂ ਅੱਜ ਹੀ ਉਠਾ ਦਿਆਂਗਾ, ਅੱਜ ਹੀ ਚੱਕ ਦਿਆਂਗਾ ਉਸ ਨੂੰ ਜਿਹੜੇ ਹਿੰਦੂ ਦੀ ਤੂੰ ਆ ਕੇ ਉਸਤਤ ਕਰਦਾ, ਉਹ ਹੱਥ ਜੋੜ ਕੇ ਐਸਾ ਖਲੋ ਗਿਆ। ਇਸ ਤਰ੍ਹਾਂ ਮਨਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਗੁਰ ਨਿਕਟ ਮਿਲੈ ਜਬ ਆਏ, ਨੇੜੇ ਹੋ ਗਏ ਮਹਾਰਾਜ ਵੀ ਜਾ ਕੇ ਹੋਰ ਉਹਦੇ ਪਾਲਕੀ ਦੇ ਜਿੱਥੇ ਖੜਾ ਕਹਿੰਦੇ ਜਾ ਕਰਕੇ ਮਹਾਰਾਜ ਜੀ ਮਿਲ ਪਏ। ਅੱਗੇ ਹੀ ਕਹਿੰਦੇ ਅੱਜ ਇਹਨੂੰ ਮਿਲਣਾ ਹੀ ਮਿਲਣਾ, ਇਹਨੂੰ ਪੁੱਛਣਾ ਵੀ ਸਾਨੂੰ ਭਾਈ ਚੱਕ ਦੇ, ਮਾਰ ਦੇ, ਉਠਾ ਦੇ। ਤੂੰ ਕਹਿੰਦਾ ਸੀ ਉਠਾ ਦਿਆਂਗਾ। ਅੱਜ ਮਹਾਰਾਜ ਕਹਿੰਦੇ ਇਹਨੂੰ ਕਹਿਣਾ ਵੀ ਉਠਾ ਦੇ ਭਾਈ, ਤੂੰ ਕਰ ਦੇ ਜਿਹੜਾ ਕੁਝ ਕਰਨਾ, ਜਿਹੜੀ ਤੋਪ ਚਲਾਉਣੀ ਹੈ ਚਲਾ ਦੇ। ਸੱਚੇ ਪਾਤਸ਼ਾਹ ਹੋਰ ਅੱਗੇ ਹੋ ਕੇ ਜਾ ਕੇ ਉਹਦੇ ਕੋਲ ਹੀ ਖੜ ਗਏ। ਕੋਲ ਹੀ ਜਾ ਕੇ ਮਹਾਰਾਜ ਕਹਿੰਦੇ ਮਿਲਣਾ ਹੀ ਮਿਲਣਾ ਇਹਨੂੰ। ਅੱਜ ਮਿਲਣ ਵਾਸਤੇ ਅੱਗੇ ਹੀ ਚਲੇ ਗਏ ਹਨ। ਗੋਸੀ ਦਸਤ ਲਈ ਹਰ ਖਾਏ, ਫੇਰ ਤਾਂ ਉਹਨੂੰ ਸੁੱਝਣਾ ਕੀ ਸੀ, ਸੁੱਝਿਆ ਕੁਛ ਨਹੀਂ। ਕਹਿੰਦੇ ਮਹਾਰਾਜ ਦਾ ਹੱਥ ਫੜ ਕੇ ਆਪਦੇ ਮੱਥੇ ਤੇ ਲਾ ਲਿਆ। ਹੱਥ ਨੂੰ ਫੜ ਕਰਕੇ ਮਹਾਰਾਜ ਜੀ ਦੇ ਨੂੰ ਕਹਿੰਦੇ ਆਪਦੇ ਮੂੰਹ ਦੇ ਨਾਲ ਐ ਕਹਿੰਦੇ ਸਤਿਕਾਰ ਦਾ ਵਾਚਕ ਹੈ ਨਾ, ਸਤਿਕਾਰ ਕੀਤਾ। ਕਹਿੰਦੇ ਇਸ ਤਰ੍ਹਾਂ ਮਹਾਰਾਜ ਹੋਰ ਤਾਂ ਉਹਨੂੰ ਕੁਛ ਨਾ ਸੁਝਿਆ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕੀਤਾ। ਆਦਰ ਮਾਨ ਪੁਨ ਬੈਠ ਉਚਾਰੇ, ਅਬਦੁਲ ਰਹਿਮਾਨ ਨੇ ਫੇਰ ਸ਼ਾਰਟਕਟ ਅਦਰਮਾਨ ਹੀ ਲਿਖਣਾ ਕੀਤਾ। ਅਬਦੁਲ ਰਹਿਮਾਨ ਕਾਦਰੀ ਇਹਦਾ ਅਸਲ ਨਾਂ ਹੈ। ਅਬਦੁਲ ਰਹਿਮਾਨ ਕਾਦਰੀ ਨੇ ਉਸ ਵੇਲੇ ਗੁਰੂ ਸਾਹਿਬ ਜੀ ਨੂੰ ਬਚਨ ਕੀਤਾ। ਕਹੋ ਤਪਾ ਜੀ ਖੈਰ ਤੁਮਾਰੇ, ਫਿਰ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਠੀਕ ਠਾਕ ਹੋ, ਖੈਰ ਹੈ ਤੁਹਾਡੇ, ਸਰੀਰ ਤੁਹਾਡਾ ਠੀਕ ਹੈ। ਇਸ ਤਰ੍ਹਾਂ ਬੋਲਿਆ। ਗੁਰੂ ਕਹਿਓ ਸੁਨ ਅਦਰ ਮਹਾਨ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਬਦੁਲ ਰਹਿਮਾਨ ਸੁਣ ਲਾ ਕੰਨਾਂ ਦੇ ਵਿੱਚ ਸਾਡੀ ਗੱਲ। ਆਹ ਖੈਰ ਪਰ ਖੈਰ ਨਾ ਜਾਣ, ਖੈਰ ਤਾਂ ਹੈ ਪਰ ਅਬਦੁਲ ਰਹਿਮਾਨ ਖੈਰ ਜਾਣਨਾ, ਖੈਰ ਹੈ ਵੀ ਨਹੀਂ। ਗੁਰੂ ਸਾਹਿਬ ਜੀ ਇਸ ਤਰ੍ਹਾਂ ਵਿਅੰਗਮਈ ਵਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਖੈਰ ਹੈ ਖੈਰ ਪਰ ਖੈਰ ਨਾ ਜਾਣ। ਮਹਾਰਾਜ ਕਹਿੰਦੇ ਖੈਰ ਤਾਂ ਹੈ ਪਰ ਖੈਰ ਨਾ ਜਾਣ, ਤੂੰ ਖੈਰ ਨਾ ਸਮਝੀ ਹੁਣ। ਇਸ ਤਰ੍ਹਾਂ ਬੋਲਿਆ। ਦੋਹਰਾ ਬਹੁਰ ਬੂਝੋ ਖੈਰ, ਬਹੁਰ ਬੂਝੋ ਖੈਰ ਹੈ, ਖੈਰ ਸੋ ਖੈਰ ਨਾ ਜਾਣ। ਫੇਰ ਉਹਨੇ ਇਹੀ ਕਿਹਾ ਬਹੁਰੋ ਬੂਝਿਓ ਖੈਰ ਹੈ, ਖੈਰ ਸੋ ਖੈਰ ਨਾ ਜਾਣ। ਫਿਰ ਕਹਿੰਦਾ ਮਹਾਰਾਜ ਖੈਰ ਹੈ। ਮਹਾਰਾਜ ਜੀ ਕਹਿੰਦੇ ਭਾਈ ਖੈਰ ਤਾਂ ਹੈ ਪਰ ਖੈਰ ਨਾ ਜਾਣੀ, ਤੂੰ ਠੀਕ ਤਾਂ ਹੈ ਪਰ ਠੀਕ ਨਾ ਜਾਣੀ। ਮਹਾਰਾਜ ਜੀ ਆਖਦੇ ਹਨ। 3 ਵਾਰ ਪੁਨ ਇਹ ਕਹਿਓ ਪੁਨ ਕਹੇ ਆਦਰ ਮਾਨ, 3 ਵਾਰ ਅਬਦੁਲ ਰਹਿਮਾਨ ਨੇ ਇਹੀ ਬੋਲ ਬੋਲਿਆ ਬਈ ਖੈਰ ਹੈ ਮਹਾਰਾਜ ਠੀਕ ਠਾਕ ਹੋ। ਗੁਰੂ ਸਾਹਿਬ ਜੀ ਨੇ ਇਹੀ ਬਚਨ ਕੀਤਾ ਅਬਦੁਲ ਰਹਿਮਾਨ ਨੂੰ ਬਈ ਠੀਕ ਠਾਕ ਤਾਂ ਹੈ ਭਾਈ, ਠੀਕ ਠਾਕ ਸਮਝਣਾ। ਇਹੀ ਬਚਨ ਮਹਾਰਾਜ ਜੀ ਨੇ ਅੱਗੋਂ, ਤੇ ਉਹ ਹੈਰਾਨ ਦੰਗ ਰਹਿ ਗਿਆ, ਪਰੇਸ਼ਾਨ ਹੋ ਗਿਆ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਠੀਕ ਠਾਕ ਤਾਂ ਹੈ ਪਰ ਠੀਕ ਠਾਕ ਸਮਝੀ ਨਾ। ਇਹ ਕੀ ਮਹਾਰਾਜ ਜੀ ਆਖਦੇ ਆ? ਇਸ ਤਰ੍ਹਾਂ ਜਵਾਬ ਦਿੱਤਾ, ਹੈਰਾਨ ਹੋ ਗਿਆ। ਚੌਪਈ ਸੁਨੋ ਤਪਾ ਜੀ ਅਚਰਜ ਮੋਰੇ, ਕਹਿਣ ਲੱਗਾ ਅਬਦੁਲ ਰਹਿਮਾਨ ਕਾਦਰੀ ਮਹਾਰਾਜ ਜੀ ਮੈਂ ਤਾਂ ਹੈਰਾਨ ਹੋ ਗਿਆ ਤੁਹਾਡੀ ਗੱਲ ਦੇ ਉੱਪਰ। ਕੈਸੇ ਬਚਨ ਵਿਚਾਰੇ ਤੋਰੇ, ਤੇਰੀ ਗੱਲ ਨੂੰ ਕਿਵੇਂ ਵਿਚਾਰਾਂ? ਕੈਸੇ ਬਚਨ ਵਿਚਾਰੋ ਤੋਰੇ, ਤੁਹਾਡੇ ਬਚਨਾਂ ਨੂੰ ਕਿਵੇਂ ਵਿਚਾਰਾਂ? ਮੈਂ ਮਤ ਹੀ ਨਹੀਂ ਹੈ ਉਨੀ, ਅਕਲ ਹੀ ਨਹੀਂ ਹੈ ਉਨੀ, ਵਿਚਾਰੂਗਾ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮਹਾਰਾਜ ਕਿਵੇਂ ਤੁਹਾਡੀ ਗੱਲ ਨੂੰ ਵਿਚਾਰਾਂ, ਕਿਵੇਂ ਇਹਦਾ ਨਿਚੋੜ ਕੱਢਾਂ ਮੈਂ ਜੋ ਤੁਸੀਂ ਆਖਦੇ ਹੋ। ਕਹਿਓ ਖੈਰ ਖੈਰ ਪੁਨ ਨਹੀਂ, ਨਾਲੇ ਕਹਿੰਦੇ ਹੋ ਖੈਰ ਹੈ, ਨਾਲੇ ਕਹਿੰਦੇ ਹੋ ਖੈਰ ਕੋਈ ਹੈ ਹੀ ਨਹੀਂ, ਖੈਰ ਸਮਝੀ ਕੋਈ ਨਾ। ਨਾਲੇ ਕਹਿੰਦੇ ਹੋ ਖੈਰ ਹੈ, ਨਾਲੇ ਕਹਿੰਦੇ ਹੋ ਖੈਰ ਸਮਝੀ ਕੋਈ ਨਾ। ਕੀ ਮੈਂ ਅਰਥ ਕੱਢਾਂ ਤੁਹਾਡੀ ਗੱਲ ਦਾ? ਦੇਹੋ ਮਾਇਨਾ ਮੁਝ ਸਮਝਾਈ, ਮੈਨੂੰ ਮਾਇਨਾ ਤਾਂ ਦੱਸੋ ਇਸ ਗੱਲ ਦਾ ਵੀ ਖੈਰ ਹੈ ਵੀ, ਤੇ ਨਾਲੇ ਕਹਿੰਦੇ ਹੋ ਖੈਰ ਹੈ ਕੋਈ ਨਹੀਂ। ਇਹਦੀ ਗੱਲ ਦਾ ਮੈਨੂੰ ਉੱਤਰ ਤਾਂ ਦੱਸੋ ਕੋਈ। ਸ੍ਰੀ ਗੁਰ ਭੰਨਿਓ ਸੇਖ ਜੀ ਸੁਣੀਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੀਰ ਹੈਰਾਨ ਨਾ ਹੋ ਇਸ ਗੱਲ ਤੇ, ਇਹਦਾ ਸੌਖਾ ਹੀ ਅਰਥ ਹੈ ਬਈ ਖੈਰ ਹੈ ਤੇ ਖੈਰ ਰਹੀ ਕੋਈ ਨਹੀਂ। ਮਹਾਰਾਜ ਕਹਿੰਦੇ ਤੇ ਔਖਾ ਨਾ ਹੋ, ਕੋਈ ਬਹੁਤਾ ਐਵੇਂ ਨਾ ਸੋਚ ਸਾਚ, ਇਹਦਾ ਸੌਖਾ ਹੀ ਅਰਥ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਖੈਰ ਹੈ ਤੇ ਖੈਰ ਹੈ ਕੋਈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਸੁਣ ਲਾ ਧਿਆਨ ਦੇ ਨਾਲ। ਖੈਰ ਭਲੀ ਸਭ ਵਿਧ ਹੀ ਗੁਨੀਏ, ਖੈਰ ਤਾਂ ਠੀਕ ਹੈ ਮਹਾਰਾਜ ਕਹਿੰਦੇ ਜੋ ਤੂੰ ਕਹਿਣਾ ਹੈ ਉਹ ਤਾਂ ਹੁਣ ਤੇਰੇ ਬੋਲ ਹਨ ਖੈਰ ਕਹਿਣ ਦੇ। ਮਹਾਰਾਜ ਕਹਿੰਦੇ ਪਰ ਰਾਤ ਤਾਂ ਖੈਰ ਹੈ ਨਹੀਂ ਸੀ ਤੇਰੇ, ਕੱਲ ਤਾਂ ਕਹਿੰਦਾ ਸੀ ਜਾ ਕੇ ਚੱਕ ਕੇ ਸੁੱਟ ਦਿਆਂਗਾ। ਮਹਾਰਾਜ ਕਹਿੰਦੇ ਰਾਤ ਤਾਂ ਖੈਰ ਹੈ ਨਹੀਂ ਸੀ ਤੇਰੇ,
ਇਸੇ ਕਰਕੇ ਕਹਿੰਦੇ ਆ ਵੀ ਖੈਰ ਤਾਂ ਹੈ। ਹੁਣ ਤਾਂ ਤੂੰ ਮੂੰਹ ਤੇ ਕਹੀ ਜਾਂਦਾ ਵੀ ਠੀਕ ਹੈ ਜੀ ਠੀਕ ਹੈ, ਪਰ ਮਹਾਰਾਜ ਕਹਿੰਦੇ ਰਾਤ ਤਾਂ ਤੇਰੇ ਹੋਰ ਹੀ ਤਰ੍ਹਾਂ ਸੀਗਾ, ਬਲਬਲੇਵਾ ਕਹਿੰਦਾ ਸੀ ਜਾ ਕੇ ਚੱਕ ਕੇ ਹੀ ਸੁੱਟ ਦਿਆਂਗਾ। ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਹੀ ਕਹਿੰਦੇ ਆ ਭਾਈ ਤੈਨੂੰ ਵੀ ਖੈਰ ਤਾਂ ਹੈ, ਵੀ ਸਾਡੇ ਵੱਲੋਂ ਤਾਂ ਖੈਰ ਹੀ ਹੈ, ਅਸੀਂ ਤਾਂ ਕਿਹਾ ਨਹੀਂ ਤੈਨੂੰ ਚੱਕ ਕੇ ਸੁੱਟ ਦਿਆਂਗੇ, ਪਰ ਤੇਰੇ ਵੱਲੋਂ ਲੱਗਦਾ ਸਾਨੂੰ ਖੈਰ ਕੋਈ ਹੋਣੀ ਨਹੀਂ ਹੈ, ਤੂੰ ਨਾ ਕਿਤੇ ਚੱਕ ਕੇ ਸੁੱਟ ਦੇਈਂ ਸਾਨੂੰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਅਰਥ ਹੈ ਜਿਹੜਾ ਨਾ ਵਿਅੰਗਮਈ ਆ ਕਰਕੇ ਦੱਸਣਾ ਕੀਤਾ। ਮਹਾਰਾਜ ਕਹਿੰਦੇ ਭਾਈ ਸੁਣ ਲਾ, ਖੈਰ ਤਾਂ ਹੈ ਪਰ ਤੂੰ ਖੈਰ ਵਿਚਾਰ ਨਾ, ਇਹ ਗੱਲ ਦਾ ਅਰਥ ਦਿੱਤਾ। ਨਹੀਂ ਖੈਰ ਹੇਤ ਤਾਕੋ ਐਸੇ, ਇਹ ਤਾਂ ਕਹਿਣਾ ਕੀਤਾ ਵੀ ਖੈਰ ਦੇ ਵਿੱਚ ਖੈਰ ਹੈ ਨਹੀਂ, ਇਹਦਾ ਵਿਚਾਰ ਇਸ ਪ੍ਰਕਾਰ ਹੈ। ਦਿਓ ਉਠਾਏ ਕਹਿਓ ਤੁਮ ਜੈਸੇ, ਉਹ ਤਾਂ ਕਹਿੰਦੇ ਆ ਵੀ ਤੂੰ ਕਹਿੰਦਾ ਉਠਾ ਦਿਆਂਗਾ, ਚੱਕ ਦਿਆਂਗਾ, ਮਾਰ ਦਿਆਂਗਾ, ਇਹ ਤਾਂ ਕਹਿੰਦੇ ਆ ਵੀ ਤੇਰੇ ਵੱਲੋਂ ਖੈਰ ਨਹੀਂ, ਸਾਡੇ ਵੱਲੋਂ ਤਾਂ ਖੈਰ ਹੀ ਹੈ, ਅਸੀਂ ਤਾਂ ਤੈਨੂੰ ਮਿਲਣ ਵਾਸਤੇ ਆਏ ਆ। ਮਹਾਰਾਜ ਨਿਮਰਤਾ ਨਾਲ ਕਹਿੰਦੇ, ਉਹ ਕਹਿੰਦਾ ਲੈ ਚੱਕ ਦਿਆਂਗਾ। ਉਹ ਵਾਰੇ ਖਾਨ ਨੂੰ ਕਹਿੰਦਾ ਤੂੰ ਕਿਵੇਂ ਹਿੰਦੂ ਦੀ ਉਸਤਤ ਕਰਦਾ ਆ ਕੇ, ਤਾਂ ਮਹਾਰਾਜ ਕਹਿੰਦੇ ਭਾਈ ਤੇਰੇ ਵੱਲੋਂ ਤੂੰ ਨਾ ਕਿਤੇ ਕੋਈ ਹੋਰ ਮੰਤਰ ਸਾਡੇ ਤੇ ਛੱਡਦੀ, ਕੋਈ ਹੋਰ ਨਾ ਤੋਪ ਚਲਾ ਦੀ ਕਿਤੇ ਸਾਨੂੰ ਉਡਾ ਦੇਵੇਂ, ਪਰ ਮਹਾਰਾਜ ਕਹਿੰਦੇ ਸਾਡੇ ਵੱਲੋਂ ਤਾਂ ਖੈਰ ਹੀ ਹੈ, ਅਸੀਂ ਤਾਂ ਤੈਨੂੰ ਮਿਲਣ ਵਾਸਤੇ ਆਏ ਆ। ਤਾਂ ਹੀ ਇਹ ਵਚਨ ਜਿਹੜਾ ਆਖਣਾ ਕੀਤਾ ਵੀ ਇੱਕ ਪਾਸਿਓਂ ਖੈਰ ਹੈ, ਮਹਾਰਾਜ ਕਹਿੰਦੇ ਇੱਕ ਪਾਸਿਓਂ ਖੈਰ ਨਹੀਂ ਲੱਗਦੀ, ਦੋਨੇ ਪਾਸਿਓਂ ਖੈਰ ਕਰੀਏ, ਦੋਨੇ ਪਾਸਿਓਂ ਖੈਰ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਹਨ ਕੌਣ ਦੇਸ਼ ਤੁਮਰਾ ਹਮ ਛੀਨੋ, ਮਹਾਰਾਜ ਕਹਿੰਦੇ ਅਸੀਂ ਭਾਈ ਦੱਸ ਤੇਰਾ ਤੂੰ ਕਹਿੰਦਾ ਚੱਕ ਦੇਣਾ, ਇਹ ਕਿਹੜਾ ਤੇਰਾ ਦੇਸ਼ ਖੋਲਿਆ ਹੈ। ਕਹਿ ਦੋ ਦਰਬ ਖੇਪ ਕੋਲੀਨੋ, ਜਾਂ ਤੇਰਾ ਜ਼ਿੰਦਗੀ ਦਾ ਜੋੜਿਆ ਰੁਪਈਆ ਕੋਈ ਅਸੀਂ ਵਿੱਚੋਂ ਲੈ ਲਿਆ 5-7 ਕਰੋੜ, ਹਾਂ ਦੱਸ ਕੌਣ ਸ਼ਸਤਰਾ ਕਰ ਹਮ ਪਸੰਗਾ, ਸ਼ਤਰਤਾ ਕਿਹੜਾ ਵੈਰ ਤੂੰ ਸਾਡੇ ਨਾਲ ਕਰਦਾ। ਮਹਾਰਾਜ ਜੀ ਕਹਿੰਦੇ ਕਿਉਂਕਿ ਨਾ ਚੱਕ ਕੇ ਉਠਾ ਦਿਆਂਗਾ, ਇਸ ਕਰਕੇ ਤੇਰੇ ਵੱਲੋਂ ਖੈਰ ਨਹੀਂ। ਮੂੰਹ ਤੇ ਮਹਾਰਾਜ ਜੀ ਨੇ ਇਸ ਤਰ੍ਹਾਂ ਕੌਣ ਸ਼ਤਰਤਾ ਕਰ ਹਮ, ਕਿਹੜਾ ਤੂੰ ਸਾਡੇ ਨਾਲ ਵੈਰ ਕਰਦਾ, ਕਿਹੜੀ ਲੜਾਈ ਦਾ ਜਿਹੜਾ ਵੱਟਾ ਲੈਣਾ ਚਾਹੁੰਦਾ ਹੈ। ਕਹੋ ਕਹਿ ਦਿਓ ਉਠਾਏ ਨਿਸੰਗਾ, ਕਹਿੰਦਾ ਹੈ ਜਾ ਕਰਕੇ ਉਠਾ ਦਿਆਂਗਾ ਮੈਂ ਗੁਰੂ ਨਾਨਕ ਨੂੰ। ਦੋਰਾ ਸੋ ਸਥਾਨ ਅਬ ਲੀਜੀਏ ਜਿਸ ਤੇ ਦੇਤ ਉਠਾਏ, ਸੋ ਅਸਾਂ ਕੋਲੋਂ ਥਾਂ ਵੀ ਲੈ ਲਾ ਭਾਈ, ਜਿੱਥੇ ਬੈਠਦੇ ਆਂ ਤਾਂ ਛੱਡ ਕੇ ਜਿੱਥੇ ਕਹਿੰਦਾ ਚੱਕ ਕੇ ਸੁੱਟ ਦਿਆਂਗਾ, ਉਹ ਵੀ ਮਹਾਰਾਜ ਕਹਿੰਦੇ ਤੇਰੇ ਦੇਸ਼ ਚੋਂ ਹੀ ਨਿਕਲ ਜਾਂਦੇ ਆ, ਦੱਸ ਤੇਰਾ ਕਿੱਥੇ ਤੱਕ ਦੇਸ਼ ਹੈ। ਅਦਰਮਾਨ ਬੋਲਤ ਸੁਨ ਤੁਮ ਟਿਕ ਕੌਣ ਬਤਾਏ, ਤਾਂ ਉਸ ਵੇਲੇ ਜਦੋਂ ਸਾਰੀ ਗੱਲ ਸੁਣੀ ਨਾ ਮਹਾਰਾਜ ਜੀ ਦੀ, ਅਬਦੁਲ ਰਹਿਮਾਨ ਕਾਦਰੀ ਕਹਿੰਦਾ ਮਹਾਰਾਜ ਤੁਹਾਨੂੰ ਕਿਹਨੇ ਇਹ ਦੱਸ ਦਿੱਤਾ, ਕਿਉਂਕਿ ਬਕਵਾਸ ਉਹਨੇ ਕੀਤਾ ਸੀ, ਬਕਵਾਦ ਬੋਲਿਆ ਸੀਗਾ ਮੂੰਹ ਤੋਂ। ਤਾਂ ਹੁਣ ਮਹਾਰਾਜ ਜੀ ਨੂੰ ਪਤਾ ਲੱਗ ਗਿਆ। ਉਹ ਵਾਰੇ ਖਾਨ ਨੇ ਆ ਕੇ ਮਹਾਰਾਜ ਨੇ ਕਹਾ ਲਿਆ ਜਾਣੀ ਜਾਣ, ਕਹਿੰਦਾ ਜੀ ਕਿਹਨੇ ਆ ਕਰਕੇ ਤੁਹਾਨੂੰ ਇਹ ਆਖ ਦਿੱਤਾ ਕਿ ਚੱਕ ਦਿਆਂਗਾ ਮੈਂ। ਚੌਪਈ ਕੂਰ ਕਹੇ ਮਾਰਤ ਚੱਕ ਸੋ, ਮੈਂ ਇਸ ਤਰ੍ਹਾਂ ਕਿਸੇ ਨੂੰ ਨਹੀਂ ਕਿਹਾ, ਕੋਈ ਮਹਾਰਾਜ ਤੁਹਾਡੇ ਕੋਲ ਐਵੇਂ ਹੀ ਝੂਠ ਆ ਕੇ ਮੇਰੀਆਂ ਚੁਗਲੀਆਂ ਕਰਦਾ, ਫਿਰ ਇਸ ਤਰ੍ਹਾਂ ਕਹਿਣ ਲੱਗ ਪਿਆ। ਇਸ ਪ੍ਰਕਾਰ ਹਮ ਕਹਿਓ ਨਾ ਕੋ, ਅਸੀਂ ਨਹੀਂ ਕਹਿੰਦੇ ਮਹਾਰਾਜ ਤੁਸੀਂ ਤਾਂ ਪੂਜਨੀਕ ਹੋ, ਮੈਂ ਕਿਵੇਂ ਕਹਿ ਸਕਦਾ ਤੁਹਾਡੀ ਸ਼ਾਨ ਦੇ ਖਿਲਾਫ। ਸੁਣ ਕਰ ਚਮਕਿਓ ਤਵੇ ਉਬਾਰਾ, ਉਸ ਵੇਲੇ ਉਬਾਰੇ ਖਾਂ ਵੀ ਕੋਲ ਸੀ, ਜਦੋਂ ਪੀਰ ਅਬਦੁਲ ਰਹਿਮਾਨ ਕਾਦਰੀ ਕਹਿੰਦਾ ਮਹਾਰਾਜ ਕਿਸੇ ਨੇ ਉਦਾਂ ਹੀ ਕਹਿਤਾ, ਉਬਾਰੇ ਖਾਂ ਨੇ ਮੂੰਹ ਤੇ ਹੀ ਉਗਾਹੀ ਦਿੱਤੀ। ਉਸ ਵੇਲੇ ਬੋਲਿਆ ਇਸ ਵਿਦ ਮੇਰੇ ਪਾਸ ਉਚਾਰਾ, ਕਹਿੰਦਾ ਨਹੀਂ ਨਹੀਂ ਮਹਾਰਾਜ ਜੀ, ਇਹਨੇ ਕਹਿੰਦਾ ਤੂੰ ਮੇਰੇ ਕੋਲ ਇਸ ਤਰ੍ਹਾਂ ਕਿਹਾ। ਕਹਿੰਦਾ ਮਹਾਰਾਜ ਇਹ ਮੁਕਰਦਾ ਆਪਦੇ ਬਚਨਾਂ ਤੋਂ, ਇਹਨੇ ਨਿੰਦਿਆ ਕੀਤੀ ਹੈ। ਮਹਾਰਾਜ ਜੀ ਤੁਹਾਡੀ ਉਬਾਰੇ ਖਾਂ ਨੇ ਆਖਿਆ ਕਿ ਮੈਂ ਝੂਠ ਨਹੀਂ ਆਖਦਾ, ਇਹਨੇ ਮੂੰਹ ਤੋਂ ਤੁਹਾਡੀ ਨਿੰਦਿਆ ਕੀਤੀ ਹੈ। ਹਿੰਦ ਕੀ ਤਾਰੀਫ ਕਹਾਂ ਗਾਵੇ, ਹਿੰਦੂ ਦੀਆਂ ਤਾਰੀਫਾਂ ਗਾਈ ਜਾਣਾ ਮੇਰੇ ਕੋਲ, ਇਸ ਤਰ੍ਹਾਂ ਆਖਣਾ ਕੀਤਾ। ਤੁਹਾਨੂੰ ਹਿੰਦੂ ਦੱਸਿਆ, ਮਹਾਰਾਜ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਤੁਹਾਨੂੰ ਹਿੰਦੂ ਦੱਸ ਕੇ ਕਹਿੰਦਾ ਉਹ ਤਾਂ ਪਲੀਤ ਹੈ, ਹਿੰਦੂ ਤਾਂ ਬੁੱਤ ਪੂਜਕ ਹੈ। ਮਹਾਰਾਜ ਜੀ ਬੁੱਤ ਪੂਜਕ ਥੋੜੀ ਨੇ, ਉਹ ਤਾਂ ਕਹਿੰਦੇ ਪ੍ਰਥਮ ਭਗਉਤੀ ਸਿਮਰਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਦਾਸ ਦੇ ਵਿੱਚ ਫਿਰ ਕਹਿੰਦੇ ਪ੍ਰਥਮੈ ਖੰਡਾ ਸਾਜਕ ਹੈ, ਬੁੱਤ ਪੂਜਕ ਥੋੜੀ ਨੇ ਉਹ, ਪ੍ਰਥਮੈ ਖੰਡਾ ਤੇ ਪ੍ਰਥਮੈ ਭਗਉਤੀ ਸਿਮਰਕ ਹੈ, ਪੂਜਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹਿੰਦੂ ਥੋੜੀ ਨੇ ਉਹ। ਤਾਂ ਇਸ ਤਰ੍ਹਾਂ ਕਹਿੰਦੇ ਜੀ ਹਿੰਦੂ ਆਖ ਕੇ ਤੁਹਾਡੀ ਜਿਹੜੀ ਇਹਨਾਂ ਨਾ ਨਿੰਦਿਆ ਕਰਨਾ ਕੀਤੀ ਹੈ। ਕਹਿੰਦਾ ਹਿੰਦੂ ਨਾਮ ਚੋਰ ਦਾ ਵੀ ਹੈ, ਜਿਹੜਾ ਚੋਰ ਕਾਲੇ ਦਾ ਨਾਮ ਵੀ ਹਿੰਦੂ ਹੈ। ਹਿੰਦੂ ਨਾਮ ਹੈ ਹਿੰਦਸੇ ਦਾ, ਹਿੰਦਸੇ ਦਾ, ਸਿੰਧ ਤੋਂ ਹਿੰਦੂ ਨਾਮ ਪਿਆ। ਕਹਿੰਦੇ ਇਸ ਤਰ੍ਹਾਂ ਆਖ ਕਰਕੇ ਆਰੀਅਨ ਲੋਕਾਂ ਦਾ ਨਾਮ ਹਿੰਦੂ ਹੈ, ਜਿਹੜੇ ਸਿੰਧ ਦੇ ਕਿਨਾਰੇ ਵਸਦੇ ਵਸਦੇ ਬਾਅਦ ਦੇ ਵਿੱਚ ਸਾਰੇ ਏਸ਼ੀਆ ਦੇ ਵਿੱਚ ਆਬਾਦ ਹੋ ਗਏ, ਉਹਨਾਂ ਨੂੰ ਹਿੰਦੂ ਕਿਹਾ ਗਿਆ। ਵਪਾਰੀ ਲੋਕਾਂ ਨੂੰ ਹਿੰਦੂ ਕਿਹਾ ਗਿਆ। ਬਹੁਤ ਸਾਰੇ ਅਰਥ ਨੇ ਇਹਦੇ। ਕਹਿੰਦੇ ਇਸ ਤਰ੍ਹਾਂ ਨਾਲ ਆ ਕਰਕੇ ਜਿਹੜੇ ਤੁਰਦੇ ਫਿਰਦੇ ਵਪਾਰ ਕਰਦੇ ਕਰਦੇ ਫਿਰ ਇੱਥੇ ਹੀ ਆ ਕਰਕੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਕੇ ਇੱਥੇ ਵਸਿੰਦੇ ਹੋ ਕੇ ਉਹਨਾਂ ਦੇ ਅੱਗੇ ਪੁੱਤ ਪੋਤਰੇ ਹੋ ਗਏ।
ਉਹਨਾਂ ਨੂੰ ਹਿੰਦੂ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਪਹਿਲਾਂ ਫਿਰ ਤੁਰ ਕੇ ਉਹ ਵਪਾਰ ਕਰਦੇ ਸੀ, ਫਿਰ ਹੌਲੀ ਹੌਲੀ ਵਪਾਰ ਕਰਦੇ, ਜਦੋਂ ਹਰ 6 ਮਹੀਨਿਆਂ ਬਾਅਦ, ਹਰ ਸਾਲ ਬਾਅਦ ਆਉਣਾ, ਉਹ ਕੁੜੀਆਂ ਨਾਲ ਮੋਹ ਪੈ ਗਿਆ, ਵਿਆਹ ਕਰਾ ਲਏ, ਇੱਥੇ ਆ ਕੇ ਵਸੰਦੇ ਹੋ ਗਏ, ਜਾਂਦੀਆਂ ਨੂੰ ਨਾਲ ਲੈ ਗਏ ਤੇ ਉਹਨਾਂ ਦੀਆਂ ਔਲਾਦਾਂ ਤੋਂ ਗਾਹਾਂ ਉਹਨਾਂ ਨੂੰ ਹਿੰਦੂ ਕਿਹਾ ਗਿਆ, ਆਰੀਅਨ ਲੋਕਾਂ ਨੂੰ। ਇਸ ਤਰ੍ਹਾਂ ਇਹਦੇ ਬਹੁਤ ਸਾਰੇ ਅਰਥ ਨੇ। ਕਹਿੰਦੇ ਹਿੰਦੂ ਕਹਿ ਕਰਕੇ ਤੁਹਾਡੇ, ਕਿਉਂਕਿ ਆਏ ਤਾਂ ਈਰਾਨ ਦੇ ਵਿੱਚੋਂ, ਸੋ ਖੈਰ ਇਸ ਤਰ੍ਹਾਂ ਨਾਲ ਕਹਿੰਦੇ ਤੁਹਾਡੇ ਜਿਹੜਾ ਇਹਨੇ ਨਿੰਦਿਆ ਕਰਨਾ ਕੀਤੀ ਹੈ, ਤੁਹਾਨੂੰ ਆਖਣਾ ਕੀਤਾ ਕਿ ਉਹ ਤਾਂ ਬੁੱਤ ਪੂਜਕ ਹੈ, ਪਰ ਤੁਸੀਂ ਤਾਂ ਬੁੱਤ ਪੂਜਕ ਨਹੀਂ ਹੋ। ਮਹਾਰਾਜ ਇਹ ਤਾਂ ਹੁਣ ਐਵੇਂ ਹੀ ਮੁੱਕਰੀ ਜਾਂਦਾ ਸਾਹਮਣੇ ਸਾਹਿਬ ਦੇ। ਕਿਵੇਂ ਕੋਈ ਆਖੇ ਜਾ ਕੇ, ਜਦੋਂ ਗਵਾਹ ਗਵਾਹੀ ਦਵੇ ਜੱਜ ਦੇ ਸਾਹਮਣੇ, ਤੇ ਹੁਣ ਜਿਹੜਾ ਮੁਦਈ ਹੈ ਉਹ ਕਿਵੇਂ ਕਹਿ ਸਕਦਾ, ਮੁਦਾਲਿਆ ਕਿਵੇਂ ਕਹਿ ਸਕਦਾ ਵੀ ਮਹਾਰਾਜ ਮੈਂ, ਉਹ ਜਿੰਨਾ ਮਰਜ਼ੀ ਕਹੀ ਜਾਵੇ, ਜਦੋਂ ਗਵਾਹ ਨੇ ਗਵਾਹੀ ਦੇਤੀ ਕਹਿੰਦਾ ਜੀ ਇਹ ਤਾਂ ਠੀਕ ਠਾਕ ਆ। ਇਹ ਤਾਂ ਇਸੇ ਤਰ੍ਹਾਂ ਹੀ ਆ ਭਾਈ। ਉਹ ਕਹਿੰਦਾ ਮੈਂ ਨਹੀਂ ਕਿਹਾ ਜੀ, ਮੈਂ ਨਹੀਂ ਕਿਹਾ ਜੀ, ਕਹਿੰਦਾ ਜੀ ਮੈਂ ਨਹੀਂ ਕਿਹਾ, ਮੈਂ ਨਹੀਂ ਕਿਹਾ, ਕਹਿੰਦੇ ਤੂੰ ਨਹੀਂ ਕਿਹਾ, ਕਹਿੰਦੇ ਇਸ ਤਰ੍ਹਾਂ ਇਹਨੇ ਨਿੰਦਿਆ ਕਰਨਾ ਕੀਤੀ ਹੈ। ਬਿਨਾ ਬਿਲਮ ਹਮ ਤਾਹੇ ਉਠਾਵੇ, ਕਹਿੰਦਾ ਬਿਨਾਂ ਦੇਰੀ ਤੋਂ ਗੁਰੂ ਨਾਨਕ ਨੂੰ ਚੱਕ ਕੇ ਪਰੇ ਸੁੱਟ ਦਿਆਂਗਾ। ਇਸ ਤਰ੍ਹਾਂ ਬੋਲਦਾ ਸੀਗਾ ਮਹਾਰਾਜ ਜੀ। ਇਹ ਜਿਹੜਾ ਹੁਣ ਹੱਥ ਬੰਨੀ ਖੜਾ, ਹੁਣ ਬੜੀ ਨਿਮਰਤਾ ਚ ਕਹਿੰਦਾ ਜਿਹੜਾ, ਕਿਉਂ ਮੁਕਰਤ ਲਜਤਬ ਹੋਏ, ਕਹਿੰਦਾ ਉਬਾਰੇ ਖਾਂ ਕਿਉਂ ਪੀਰ ਜੀ ਹੁਣ ਮੁੱਕਰਦੇ ਹੋ। ਹੁਣ ਕਿਉਂ ਮਹਾਰਾਜ ਜੀ ਅੱਗੇ ਮੁੱਕਰਦਾ? ਮੁੱਕਰਨਾ ਹੁਣ ਮੁੱਕਰਿਆ ਗੱਲ ਨਹੀਂ ਬਣਨੀ, ਇਹ ਤਾਂ ਜਾਣੀ ਜਾਣ ਹਨ, ਸਾਰੀ ਗੱਲ ਜਾਣਦੇ ਆ। ਪੂਰਬ ਜੈਸੇ ਬਚਨ ਬਗੋਏ, ਹੁਣ ਤੋਂ ਸ਼ਰਮਸਾਰ ਹੁੰਦਾ ਹੈ, ਮੁੱਕਰ ਕਿਉਂ ਰਿਹਾ? ਪਹਿਲਾਂ ਦੀ ਤਰ੍ਹਾਂ ਹੁਣ ਮੂੰਹ ਤੇ ਵੀ ਆਖ ਬਈ ਚੱਕ ਦਿਆਂਗਾ, ਮਾਰ ਦਿਆਂਗਾ, ਮੈਂ ਉਠਾ ਦਿਆਂਗਾ, ਇੱਥੋਂ ਕੱਢ ਦਿਆਂਗਾ। ਕਹਿੰਦੇ ਹੁਣ ਇਹ ਪਹਿਲਾਂ ਇਹ ਵੀ ਆਖ, ਹੁਣ ਮਹਾਰਾਜ ਜੀ ਦੇ ਅੱਗੇ ਆਖ। ਇਸ ਤਰ੍ਹਾਂ ਆਖਿਆ, ਕਹਿੰਦੇ ਬੜਾ ਸ਼ਰਮਿੰਦਾ, ਬੜਾ ਸ਼ਰਮਿੰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ। ਪੀਰ ਅਬਦੁਲ ਰਹਿਮਾਨ ਕਾਦਰੀ ਅਦਰਮਾਨ ਤਬ ਬੈਨ ਬਖਾਨੇ, ਉਸ ਵੇਲੇ ਅਬਦੁਲ ਰਹਿਮਾਨ ਕਾਦਰੀ ਹੱਥ ਜੋੜ ਕੇ ਖੜਾ ਸ਼ਰਮਿੰਦਾ ਹੋਇਆ, ਸਿਰ ਝੁਕਾ ਕੇ, ਕੋਈ ਬੋਲ ਨਹੀਂ ਸੀ ਆਉਂਦਾ। ਫਿਰ ਕਹਿਣ ਲੱਗਾ, ਤੁਮ ਬੈਠੋ ਨਿਜ ਖਾਨ ਟਿਕਾਨੇ, ਤੁਮ ਬੈਠੋ ਨਿਜ ਖਾਨ ਟਿਕਾਨੇ। ਉਬਾਰੇ ਖਾਨ ਨੂੰ ਕਹਿਣ ਲੱਗਾ ਕਿ ਤੂੰ ਨਾ ਸਾਡੀ ਗੱਲ ਦੇ ਵਿੱਚ ਬੋਲ, ਤੂੰ ਨਾ ਬੋਲ। ਕਹਿੰਦਾ ਅਜੇ ਵੀ ਬਰਾਬਰੀ, ਵੀ ਮੈਂ ਤਾਂ ਗੁਰੂ ਨਾਨਕ ਦੇ ਬਰਾਬਰ ਹਾਂ, ਸਾਡੀ ਤਾਂ ਇੱਕ ਗੱਲ ਹੈ, ਬਰਾਬਰ ਕਿਵੇਂ ਹੋ ਜਾਵੇਗਾ? ਕਹਿੰਦਾ ਤੂੰ ਨਾ ਸਾਡੀ ਗੱਲ ਦੇ ਵਿੱਚ ਗਵਾਹੀ ਦੇਣਾ ਕਰ। ਇਸ ਤਰ੍ਹਾਂ ਬੋਲਿਆ ਹੈ। ਹਮਰੀ ਤੁਮਰੀ ਸਮਤਾ ਨਹੀਂ, ਸਾਡੀ ਤੇ ਤੇਰੀ ਕਹਿੰਦਾ ਕੋਈ ਸਮਤਾ ਨਹੀਂ, ਮੇਰੀ ਗੁਰੂ ਨਾਨਕ ਨਾਲ ਸਮਤਾ। ਕਹਿੰਦਾ ਜਿਵੇਂ ਇਹ ਪੀਰ ਨੇ, ਉਵੇਂ ਕਹਿੰਦਾ ਮੈਂ ਪੀਰ ਹਾਂ। ਕਹਿੰਦਾ ਤੂੰ ਤਾਂ ਸੇਵਕਾਂ ਦੇ ਵਿੱਚ ਹੈ, ਤੂੰ ਨਾ ਕੋਈ ਗੱਲ ਵਿੱਚ ਕਰ। ਇਸ ਤਰ੍ਹਾਂ ਬੋਲਿਆ। ਤੂਸ਼ਨ ਸਮਝ ਰਹੋ ਔਰ ਮਾਹੀ, ਇਹ ਚੁੱਪ ਕਰਕੇ ਗੱਲ ਨੂੰ ਵਿਚਾਰ ਕੇ ਕਹਿੰਦਾ ਚੁੱਪ ਹੋ ਜਾ, ਕੋਈ ਗੱਲ ਨਾ ਬੋਲ। ਉਹਨੂੰ ਘੂਰਦਾ ਵੀ ਤੂੰ ਨਾ ਬੋਲ। ਇਸ ਤਰ੍ਹਾਂ ਅਜੇ ਵੀ ਨਹੀਂ ਹਟਦਾ ਮਨ ਦੇ ਵਿੱਚ, ਅਜੇ ਵੀ ਆਕੜ ਹੰਕਾਰ, ਅਜੇ ਵੀ ਬਰਾਬਰੀ ਕਿ ਮੈਂ ਤਾਂ ਗੁਰੂ ਨਾਨਕ ਦੇ ਬਰਾਬਰ ਹਾਂ, ਤੂੰ ਸੇਵਕ ਹੈ, ਤੂੰ ਸੇਵਕ, ਚੁੱਪ ਰਹਿ, ਤੂੰ ਨਾ ਵਿੱਚ ਬੋਲ। ਇਸ ਤਰ੍ਹਾਂ ਬੋਲਿਆ ਅਬਦੁਲ ਰਹਿਮਾਨ ਕਾਦਰੀ। ਦੋਹਰਾ ਹਮ ਅਰ ਤਪਾ ਵਿਚਾਰ ਹੈ, ਸਭਜੇ ਆਪਸ ਮਾਹੇ, ਕਹਿੰਦਾ ਮੈਂ ਤੇ ਗੁਰੂ ਨਾਨਕ ਜੀ ਆਪਸ ਚ ਵਿਚਾਰ ਕੇ ਸਮਝ ਲਵਾਂਗੇ ਸਾਰੀ ਗੱਲ ਨੂੰ। ਬੋਲਨ ਤੁਮਰੋ ਨਹਿ ਬਨੇ, ਕਾਰਨ ਕੋ ਨਾਹੀ, ਤੇਰਾ ਵਿੱਚ ਬੋਲਣ ਦਾ ਕੋਈ ਮਤਲਬ ਕਾਰਨ ਨਹੀਂ, ਤੂੰ ਚੁੱਪ ਹੋ ਜਾ। ਇਸ ਤਰ੍ਹਾਂ ਆਖਿਆ। ਚੁਪਈ ਸੁਨਤ ਉਬਾਰੇ ਬਚਨ ਬਖਾਨਾ, ਪਰ ਉਬਾਰੇ ਖਾਂ ਜਿਹੜਾ ਹੁਣ ਚੁੱਪ ਨਹੀਂ ਹੋਇਆ। ਪਹਿਲਾਂ ਇਹਦਾ ਚੇਲਾ ਸੀਗਾ, ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ, ਤੇ ਉਬਾਰੇ ਖਾਂ ਇਹਦੀ ਗੱਲ ਸੁਣ ਕੇ ਚੁੱਪ ਨਹੀਂ ਹੋਇਆ। ਕਹਿੰਦੇ ਉਹਨੇ ਫੇਰ ਆਖਣਾ ਕੀਤਾ, ਸੰਗ ਤਪੇ ਕੇ ਮੋਰ ਠਿਕਾਨਾ, ਕਹਿੰਦਾ ਮੈਂ ਕਿਵੇਂ ਚੁੱਪ ਹੋ ਜਾਵਾਂ, ਮੇਰਾ ਤਾਂ ਨਰਕ ਸਵਰਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੈ। ਕਹਿੰਦਾ ਚੁੱਪ ਕਿਵੇਂ ਹੋ ਜਾਵਾਂ, ਜਿਵੇਂ ਤੂੰ ਆਖਿਆ ਉਵੇਂ ਹੀ ਆਖਦਾ ਹਾਂ, ਚੁੱਪ ਕਿਵੇਂ ਹੋ ਜਾਵਾਂ, ਮੇਰਾ ਤਾਂ ਨਰਕ ਸਵਰਗ ਇਹਨਾਂ ਦੇ ਨਾਲ ਹੈ। ਤੂੰ ਇਹਨਾਂ ਦੀ ਨਿੰਦਿਆ ਕਰੇਂਗਾ ਤਾਂ ਦੱਸ ਅਸੀਂ ਤੈਨੂੰ ਕਿੰਨਾ ਕੁ ਮੱਥਾ ਟੇਕਾਂਗੇ। ਇਹਨਾਂ ਦੀ ਨਿੰਦਿਆ ਕੀਤੀ ਹੈ। ਪੀਰਨ ਪੀਰ ਪਇਓ ਇਹ ਮੇਰਾ, ਕਿਉਂਕਿ ਪੀਰਾਂ ਦੇ ਵੀ ਪੀਰ ਗੁਰੂ ਨਾਨਕ ਦੇਵ ਜੀ ਹਨ। ਉਹ ਬਾਰੇ ਖਾਂ ਨੇ ਆਖਣਾ ਕੀਤਾ, ਹੋ ਮੁਰੀਦ ਪਾ ਚੇਰਨ ਚੇਰਾ, ਮੈਂ ਇਹਨਾਂ ਦਾ ਸੇਵਕ, ਮੁਰੀਦਾਂ ਦਾ ਮੁਰੀਦ, ਸੇਵਕਾਂ ਦਾ ਵੀ ਸੇਵਕ ਬਣ ਗਿਆ ਹਾਂ ਇਹਨਾਂ ਦੇ ਪ੍ਰਭਾਵ ਤੋਂ। ਕਰਤ ਹੋ ਤੋ ਨਿੰਦਾ ਪਛਾਤੀ, ਪਿੱਛੇ ਨਿੰਦਾ ਕਰਨੀ ਚੰਗੀ ਗੱਲ ਨਹੀਂ, ਪਿੱਠ ਪਿੱਛੇ ਕਿਸੇ ਦੀ ਨਿੰਦਿਆ ਕਰਨੀ ਕਹਿੰਦੇ ਚੰਗੀ ਗੱਲ ਨਹੀਂ ਹੁੰਦੀ ਹੈ। ਲਾਗੇ ਪਾਪ ਨਾ ਕੀਤੀ ਬਤੀ, ਕਿਉਂਕਿ ਜਾਂ ਤਾਂ ਗੱਲ ਮੂੰਹ ਤੇ ਆਖੀਏ, ਪਰ ਪਿੱਠ ਪਿੱਛੇ ਜਾ ਕਰਕੇ ਨਿੰਦਿਆ ਕਰਨੀ ਕਹਿੰਦੇ ਉਹਦਾ ਬਹੁਤ ਭਾਰ ਚੜਦਾ। ਨਿੰਦੋ ਨਿੰਦੋ ਮੋਹ ਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਕਹਿੰਦੇ ਉਹਨਾਂ ਨੂੰ ਤਾਂ ਖਰੀ ਪਿਆਰੀ ਹੈ, ਪਰ ਉਹ ਚੰਗੀ ਨਹੀਂ ਹੁੰਦੀ ਕਰਨ ਵਾਲੇ ਵਾਸਤੇ।
ਉਹਦੇ ਵਿਗਾੜ ਤਾਂ ਕੁਝ ਸਕਦੇ ਨਹੀਂ, ਤਾਂ ਹੀ ਪਿੱਠ ਪਿੱਛੇ ਕਰਦੇ ਆ। ਕਹਿੰਦੇ ਪਰ ਉਹਨਾਂ ਨੂੰ ਜਿਹੜਾ ਫਿਰ ਭਾਰ ਚੱਕਣਾ ਔਖਾ ਹੋ ਜਾਂਦਾ ਹੈ। ਕਹੋ ਪ੍ਰਥਮ ਜਿਉ ਮੁਖ ਪਰ ਅਭੀ। ਜਿਸ ਤਰ੍ਹਾਂ ਨਾਲ ਪਿੱਠ ਪਿੱਛੇ ਆਖਿਆ, ਫਿਰ ਕਹਿੰਦੇ ਉਬਾਰੇ ਖਾਂ ਨੇ ਪੀਰ ਨੂੰ ਆਖਿਆ ਕਿ ਉਹ ਪਹਿਲਾਂ ਇਸ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਮੂੰਹ ਤੇ ਵੀ ਆਖ, ਫਿਰ ਤੇਰਾ ਦੋਸ਼ ਜਿਹੜਾ ਨਸ਼ਟ ਹੋਊਗਾ। ਇਸ ਤਰ੍ਹਾਂ ਜਿਹੜਾ ਨਾ ਉਬਾਰੇ ਖਾਂ ਜੋਸ਼ ਦੇ ਵਿੱਚ ਆ ਗਿਆ ਮਹਾਰਾਜ ਜੀ ਦੇ ਅੱਗੇ। ਪਾਛਲ ਦੁਖ ਨਸੇ ਗੋਤ ਅਭੀ। ਇਸ ਤਰ੍ਹਾਂ ਮਹਾਰਾਜ ਜੀ ਨੇ ਉਬਾਰੇ ਖਾਂ ਤੋਂ ਹੀ ਕਹਾਇਆ, ਕਹਿੰਦੇ ਪਿਛਲਾ ਪਾਪ ਫੇਰ ਤੇਰਾ ਲੱਥੂਗਾ। ਸੋਰਠਾ ਮੁਸਕਾਨੇ ਗੁਣ ਖਾਨ ਦੇਖ ਉਬਾਰੇ ਕੀ ਦਸ਼ਾ। ਜਦੋਂ ਇਸ ਤਰ੍ਹਾਂ ਉਬਾਰੇ ਖਾਂ ਨੇ ਜੋਸ਼ ਚ ਆ ਕੇ ਬਚਨ ਆਖੇ ਨਾ ਮੂੰਹ ਤੇ, ਤਾਂ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਵੀ ਇਹਨੇ ਪੀਰ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਸੱਚੇ ਵਚਨ ਆਖੇ ਹਨ। ਲਜਿਤ ਅਦਰਹਿਮਾਨ ਅਦਕ ਹਿਰਦੇ ਜਰਬਰ ਗਇਓ। ਆਬਦੁਲ ਰਹਿਮਾਨ ਸੜ ਬਲ ਗਿਆ, ਕਹਿੰਦੇ ਮਨ ਦੇ ਵਿੱਚ ਬੜਾ ਸ਼ਰਮਸਾਰ ਹੋਇਆ ਜਦੋਂ ਇਸ ਤਰ੍ਹਾਂ ਗੱਲ ਮਹਾਰਾਜ ਜੀ ਦੇ ਸਾਹਮਣੇ। ਉੱਥੇ ਸੱਚੋ ਹੀ ਸੱਚ ਨਿਬੜੈ, ਮਹਾਰਾਜ ਕਹਿੰਦੇ ਨਾ ਉੱਥੇ ਸੱਚੋ ਹੀ ਸੱਚ ਨਿਬੜੈ। ਚੁਣ ਵੱਖ ਕੱਢੇ ਜਜਮਾਲਿਆ, ਤੇਰਾ ਨਾਏ ਰੱਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਇਸ ਤਰ੍ਹਾਂ ਜਦੋਂ ਮੂੰਹ ਤੇ ਹੀ ਗੱਲ ਇਸ ਤਰ੍ਹਾਂ ਹੋਈ ਨਾ, ਤਾਂ ਕਹਿੰਦੇ ਬੜਾ ਸ਼ਰਮਸਾਰ ਲੱਜਾਵਾਨ, ਕੋਈ ਜਵਾਬ ਨਹੀਂ ਸੀ ਆਉਂਦਾ। ਕਹਿੰਦੇ ਅਬਦੁਲ ਰਹਿਮਾਨ ਕਾਦਰੀ ਨੂੰ ਪਰ ਅਜੇ ਵੀ ਈਰਖਾ ਮਨ ਦੇ ਵਿੱਚ ਵੀ ਇਹ ਬਣ ਕੀ ਗਈ ਗੱਲ, ਇਹ ਕੀ ਹੋਇਆ। ਮੈਨੂੰ ਤਾਂ ਕਦੇ ਕਿਸੇ ਨੇ ਅੱਜ ਤੱਕ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਸਬੱਬ ਨਹੀਂ ਬਣਿਆ ਕੋਈ ਕਿਸੇ ਨੇ ਆਖਿਆ ਹੋਵੇ, ਕਿਸੇ ਨੇ ਮੈਨੂੰ ਐ ਕਟਹਿਰੇ 'ਚ ਖਿਲਾਰਿਆ ਹੋਵੇ ਤੇ ਇਹਨਾਂ ਨੇ ਮੈਨੂੰ ਕਟਹਿਰੇ ਦੇ ਵਿੱਚ ਖਿਲਾਰ ਦਿੱਤਾ ਗੁਰੂ ਚੇਲੇ ਨੇ। ਤੇ ਬੜਾ ਹੀ ਮਨ ਦੇ ਵਿੱਚ ਦੁਖੀ ਹੋਇਆ। ਝੂਠਾ ਜਿਹੜਾ ਝੂਠ ਦੇ ਵਿੱਚ ਝੂਠਾ ਹੋ ਕਰਕੇ ਮਨ ਦੇ ਵਿੱਚ ਬੜਾ ਹੀ ਦੁਖੀ ਹੋਇਆ ਹੈ। ਚੌਪਈ ਹਿਰਦੇ ਰਸਾਇਓ ਬੋਲਿਓ ਬਾਣੀ। ਉਹ ਵੇਲੇ ਅੰਦਰੋਂ ਅੰਦਰ ਕ੍ਰੋਧਿਤ ਹੋ ਕਰਕੇ ਹੰਕਾਰੀ ਮਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਅਜੋ ਨਾ ਸਮਝਤ ਮਨ ਅਭਿਮਾਨੀ। ਕਿਉਂਕਿ ਹੰਕਾਰੀ ਮਨ ਅਜੇ ਵੀ ਸਮਝਦਾ ਨਹੀਂ, ਸਤਿਗੁਰੂ ਸਾਹਿਬ ਜੀ ਨੂੰ ਛੋਟਾ ਸਮਝਦਾ ਹੈ। ਹਿੰਦੂ ਐ ਕੈ ਮੁਸਲਮਾਨ ਨਉ। ਕਹਿੰਦਾ ਹਿੰਦੂ ਅਤੇ ਮੁਸਲਮਾਨ ਦੋਨਾਂ ਧਰਮਾਂ ਮਤਾਂ ਦੇ ਵਿੱਚ ਦੋਹ ਮੈਂ ਇਹ ਵਡੇਰੋ ਕੋ। ਇਹੀ ਪੁੱਛਦਾ ਜਦੋਂ ਪੁੱਛਦਾ ਹਰੇਕ, ਤੁਸੀਂ ਆ ਦੁਨੀਆ 'ਚ ਹੁਣ ਦੇਖ ਲਓ, ਜਿਹੜਾ ਪੁੱਛਦਾ ਕਹਿੰਦਾ ਕਿਹੜਾ ਧਰਮ ਵੱਡਾ, ਕਿਹੜਾ ਧਰਮ, ਕੋਈ ਕਹਿੰਦਾ ਫਲਾਣਾ ਧਰਮ ਵੱਡਾ, ਫਲਾਣਾ। ਉਹ ਕਰਨੀ ਕਰੋਗੇ ਫੇਰ ਹੀ ਧਰਮ ਵੱਡਾ ਹੈ, ਜੇ ਕਰਨੀ ਤਾਂ ਕੋਈ ਕਰਨੀ ਨਹੀਂ ਫਿਰ ਤਾਂ ਧਰਮ ਕੋਈ ਵੱਡਾ ਨਹੀਂ ਹੈ। ਭਾਵੇਂ ਸਿੱਖ ਧਰਮ ਹੈ, ਭਾਵੇਂ ਹਿੰਦੂ ਧਰਮ ਹੈ, ਭਾਵੇਂ ਕੋਈ ਧਰਮ ਹੈ, ਫਿਰ ਕਰਨੀ ਤੋਂ ਬਿਨਾਂ ਤਾਂ ਕੋਈ ਧਰਮ ਵੱਡਾ ਨਹੀਂ ਹੈ। ਸਾਰੇ ਧਰਮ ਰੋਲ ਕੇ ਰੱਖ ਦਿੱਤੇ। ਪਰ ਜਦੋਂ ਕਰਨੀ ਕਰੋਗੇ ਨਾ ਸਚਾਈ ਇਨਸਾਫ ਤੇ ਸੱਚੀ ਬੰਦਗੀ ਕਰੋਗੇ, ਫਿਰ ਹਰੇਕ ਧਰਮ ਹੀ ਵੱਡਾ ਹੈ। ਫਿਰ ਹਰੇਕ ਧਰਮ ਇੱਕੋ ਹੀ ਧਰਮ ਹੈ, ਹੋਰ ਤਾਂ ਬਾਹਲੇ ਧਰਮ ਨਹੀਂ ਦੁਨੀਆ ਦੇ ਉੱਪਰ। ਤਾਂ ਫਿਰ ਉਹ ਸਚਾਈ ਦਾ ਇੱਕੋ ਹੀ, ਕਿਉਂਕਿ ਬਿਮਾਰੀਆਂ ਬਹੁਤ ਪ੍ਰਕਾਰ ਦੀਆਂ, ਤੰਦਰੁਸਤੀ ਇੱਕ ਹੈ। ਤੰਦਰੁਸਤੀ ਨਹੀਂ ਬਾਹਲੇ ਪ੍ਰਕਾਰ ਦੀ, ਬਈ ਅਮਰੀਕਾ ਦੀ ਤੰਦਰੁਸਤੀ ਹੋਰ ਤਰ੍ਹਾਂ ਦੀ ਹੋਵੇ, ਭਾਰਤ ਦੀ ਹੋਰ ਤਰ੍ਹਾਂ ਦੀ ਹੋਵੇ, ਤੰਦਰੁਸਤੀ ਇੱਕ ਹੀ ਹੈ। ਇਸ ਤਰ੍ਹਾਂ ਪ੍ਰਮਾਤਮਾ ਦੀ ਸਚਾਈ ਦਾ ਧਰਮ ਇੱਕ ਹੀ ਹੈ, ਬਾਹਲੇ ਨਹੀਂ ਹਨ। ਪਰ ਜਦੋਂ ਕਰਾਂਗੇ ਤਾਂ ਫਿਰ ਉਹ ਸਾਰਾ ਹੀ ਵੱਡਾ ਹੈ। ਪਰ ਜਦੋਂ ਕਰਨਾ ਕੱਖ ਨਹੀਂ ਤਾਂ ਕੋਈ ਵੀ ਧਰਮ ਵੱਡਾ ਨਹੀਂ ਹੈ। ਫਿਰ ਤਾਂ ਉਹ ਦਿਖਾਵਾ ਦਾਅਵੇ ਹਨ, ਝੂਠ ਹੈ, ਉਹਦੀ ਆੜ ਦੇ ਵਿੱਚ ਆਪਦਾ ਵਪਾਰ ਕਰਨ ਦਾ ਢੋਂਗ ਹੈ। ਫਿਰ ਧਰਮ ਧੁਰਮ ਨਹੀਂ ਕੋਈ ਹੈ, ਤਾਂ ਫਿਰ ਉਹ ਕਾਹਦੇ ਵਾਸਤੇ ਵੱਡਾ ਹੈ, ਫਿਰ ਨਹੀਂ ਕੋਈ ਵੱਡਾ ਰਹਿ ਗਿਆ। ਇਸ ਤਰ੍ਹਾਂ ਨਾਲ ਕਹਿੰਦੇ ਪਰ ਅਜੇ ਵੀ ਇਹਨੇ ਮਹਾਰਾਜ ਜੀ ਨੂੰ ਸਮਝ, ਕਹਿੰਦਾ ਵੱਡਾ ਹਿੰਦੂ ਹੈ ਕਿ ਮੁਸਲਮਾਨ, ਕਿਹੜਾ ਵੱਡਾ ਹੈ, ਇਹੀ ਗੱਲ ਪੁੱਛਣਾ ਕੀਤੀ ਹੈ। ਮਤੋ ਕੌਣ ਸੋ ਤੁਮਨੇ ਧਾਰਾ। ਕਿਹੜਾ ਤੁਸੀਂ ਮਤ ਧਾਰਨ ਕੀਤਾ, ਤੁਸੀਂ ਹਿੰਦੂ ਹੋ ਕਿ ਮੁਸਲਮਾਨ। ਸਰਬ ਬਤਾਵੋ ਕਰ ਨਿਰਧਾਰਾ। ਸਾਰੀ ਗੱਲ ਖੋਲ ਕੇ ਦੱਸ ਕੇ ਨਿਰਣਾ ਕਰੋ, ਕਹਿੰਦਾ ਮਹਾਰਾਜ ਜੀ ਨੂੰ। ਸ੍ਰੀ ਗੁਰੂ ਸੁਣ ਕੇ ਬਚਨ ਉਚਾਰੇ। ਫਿਰ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਬੋਲੇ ਹਨ। ਹਮਨੇ ਦੋਨੋਂ ਪੱਖ ਬਿਦਾਰੇ। ਮਹਾਰਾਜ ਕਹਿੰਦੇ ਨਾ ਮੈਂ ਹਿੰਦੂ ਐ ਨਾ ਮੈਂ ਮੁਸਲਮਾਨ, ਦੋਨੇ ਹੀ ਪੱਖ ਛੱਡੇ, ਦੋਨੇ ਧੜੇ ਜਿਹੜੇ ਛੱਡੇ ਆ ਮੈਂ ਤਾਂ, ਇਹ ਗੱਲ ਆਖੀ ਹੈ। ਹਿੰਦੂ ਤੁਰਕ ਬਾਦ ਕੇ ਮਾਈ। ਮਹਾਰਾਜ ਕਹਿੰਦੇ ਮੁਸਲਮਾਨ ਤੇ ਹਿੰਦੂ ਦੋਵੇਂ ਆਪਸ ਦੇ ਵਿੱਚ ਝਗੜਿਆਂ ਦੇ ਵਿੱਚ ਭੂਤਾਂ ਦੀ ਤਰ੍ਹਾਂ ਉਲਝੇ ਹੋਏ ਹਨ। ਬਸੇ ਸ਼ੈਤਾਨ ਸ਼ਾਂਤ ਹਵੈ ਨਾਹੀ। ਇਹ ਸ਼ੈਤਾਨ ਨੇ ਦੋਵੇਂ, ਮਹਾਰਾਜ ਜੀ ਕਹਿੰਦੇ ਸ਼ੈਤਾਨੀਆਂ ਕਰਦੇ ਆ, ਭੂਤਾਂ ਵਰਗੇ ਮਨ ਨੇ ਇਹਨਾਂ ਦੇ ਹਿਰਦੇ 'ਚ ਕੋਈ ਸ਼ਾਂਤੀ ਨਹੀਂ, ਦੋਵੇਂ ਹੀ ਛੱਡੇ ਹੋਏ ਹਨ। ਮਹਾਰਾਜ ਜੀ ਕਹਿੰਦੇ ਦੋਨਾਂ ਤੋਂ ਹੀ ਭੈ ਲੱਗਦਾ, ਦੋਨਾਂ ਤੋਂ ਹੀ ਦੂਰ ਰਹਿੰਦੇ ਹਾਂ। ਨਿਦ ਨਿਜ ਮਾਨ ਮੰਧਾਵਨ ਹਿਤਾ। ਕਿਉਂਕਿ ਦੋਵੇਂ ਪੱਖ ਮਝ ਵੀ ਆਪਦਾ ਮਾਣ ਵਧਾਉਣ ਵਾਸਤੇ, ਆਪਦੀ ਇੱਜ਼ਤ ਉੱਚੀ ਕਰਨ ਵਾਸਤੇ ਅਨੇਕ ਪ੍ਰਕਾਰ ਦੇ ਕਰਮ ਕਰਦੇ ਆ। ਤੇ ਉਹ ਸਾਰੇ ਕਰਮ ਜਿਹੜੇ ਕਰਦੇ ਆ, ਮਹਾਰਾਜ ਜੀ ਕਹਿੰਦੇ ਸਾਰੇ ਕਰਮ ਧਾਰਮਿਕ ਨਹੀਂ ਹਨ। ਭਾਵੇਂ ਉਹ ਕਹੀ ਜਾਂਦੇ ਆ ਵੀ ਇਹ ਧਾਰਮਿਕ ਨੇ,
ਇਹ ਅਸੀਂ ਇਨਸਾਨੀਅਤ ਪੱਖੋਂ ਕਰਦੇ ਆ, ਇਹ ਕਰਮ ਧਾਰਮਿਕ ਨੇ। ਪਰ ਮਹਾਰਾਜ ਕਹਿੰਦੇ ਨਾ ਉਹ ਇਨਸਾਨੀਅਤ ਪੱਖੋਂ ਨੇ ਤੇ ਨਾ ਉਹ ਧਾਰਮਿਕ ਨੇ, ਉਹਨਾਂ ਦੇ ਵਿੱਚ ਪਾਪ ਲੁਕਿਆ ਹੋਇਆ ਹੈ। ਜਿਹੜੇ ਕਰਮ ਧਾਰਮਿਕ ਅਖਵਾਉਣ ਵਾਸਤੇ ਜੱਗ ਦੇ ਵਿੱਚ ਕਰਦੇ ਆ ਨਾ, ਇਹਨਾਂ ਦੇ ਵਿੱਚ ਪਾਪ ਦੀਆਂ ਪੰਡਾਂ ਭਰੀਆਂ ਲੁਕੀਆਂ ਹੋਈਆਂ ਹਨ। ਸਗਰੇ ਝਗਰੇ ਮੂੜ ਅਚੇਤਾ, ਕਿਉਂਕਿ ਸਾਰੇ ਮੂਰਖ ਲੋਕ ਬੇਅਰਥ ਝਗੜ ਰਹੇ ਆ, ਦਾਅਵੇ ਕਰ ਕਰਕੇ, ਸੱਚੀ ਬੰਦਗੀ ਤੋਂ ਖੁੰਝ ਕਰਕੇ। ਇਨਕੇ ਸਿਰ ਜਮ ਡੰਡ ਲਗਾਈ, ਇਹ ਸਾਰੇ 84 ਵਾਲੇ ਨੇ। ਮਹਾਰਾਜ ਜੀ ਕਹਿੰਦੇ 84 ਲੱਖ ਵਾਲੇ ਕਿਹੜੇ ਆ? ਇਹ ਸਾਰੇ ਜਿਹੜੇ ਝੂਠੇ ਦਾਅਵੇ ਕਰਨ ਵਾਲੇ, ਇਨਸਾਫ ਸਚਾਈ ਤੋਂ ਦੂਰ, ਝੂਠ ਗ੍ਰਸਤ, ਵਿਕਾਰ ਗ੍ਰਸਤ, ਨਸ਼ੇ ਪੱਤੇ ਗ੍ਰਸਤ, ਜੂਆ ਗ੍ਰਸਤ, ਤੀਵੀਂਬਾਜ਼ੀ ਗ੍ਰਸਤ, ਇਹ ਸਾਰੇ 84 ਵਾਲੇ ਹੀ ਨੇ। ਮਹਾਰਾਜ ਜੀ ਕਹਿੰਦੇ ਸਾਰੇ ਜਿਹੜੇ 84 ਵਾਲੇ, ਮਹਾਰਾਜ ਕਹਿੰਦੇ ਜਮ ਦੰਡ ਫਿਰ ਸਿਰ 'ਚ ਜਦੋਂ ਲੱਗਦਾ ਨਾ, ਜਦੋਂ ਅਚਨਚੇਤ ਅਜਾਈ ਮੌਤਾਂ ਹੁੰਦੀਆਂ, ਕਹਿੰਦੇ ਲਓ ਜੀ 30 ਸਾਲ ਦਾ ਹੀ ਸੀ, ਮਰ ਗਿਆ, ਵੀ ਹੋਰ ਦੱਸ ਰੱਬ ਹੁਣ ਕੀ ਕਰੇ। ਇਹਨੂੰ 30 ਸਾਲ ਬਥੇਰੇ ਦੇਤੇ, ਹੋਰ ਜਦੋਂ ਸਿੱਧੇ ਰਾਹ ਤੇ ਹੀ ਨਹੀਂ ਆਉਂਦਾ 30 ਸਾਲ ਬਥੇਰੇ ਦੇਤੇ। ਸਮਝਣ ਵਾਲੇ ਤਾਂ 10 ਸਾਲ 'ਚ ਸਮਝ ਜਾਂਦੇ ਆ, ਇਹ ਤਾਂ ਸਮਝਦਾ ਹੀ ਨਹੀਂ। ਚਲੋ ਜੀ ਚੱਕ ਕੇ ਕਹਿੰਦੇ ਕਰੋ ਪਾਰ। ਆ ਤਾਂ ਜੀ 28 ਸਾਲ ਦਾ ਹੀ ਸੀ, ਆ ਚਲੋ ਜੀ ਕਰਕੇ ਪਾਰ। ਜਦੋਂ ਸਿੱਧੇ ਰਾਹ ਤੇ ਨਹੀਂ ਆਉਂਦਾ, ਲੰਬੀ ਉਮਰ ਇਹਨੂੰ ਦੇ ਕੇ ਦੱਸ ਕੀ ਕਰੂਗਾ। 30 ਸਾਲ 'ਚ ਇਹਨੇ ਭੜਥੂ ਪਾ ਕੇ ਇੰਨੇ ਵਿਕਾਰ ਕਰਤੇ, 60 ਸਾਲ ਤੱਕ ਦੱਸੇ ਕਿਹਨੂੰ ਛੱਡੂਗਾ। ਇਸ ਕਰਕੇ ਰੱਬ ਕਹਿੰਦਾ ਕਰੋ ਸਾਫ਼, ਇਹਨੂੰ ਸੜਕ ਤੋਂ ਚੱਲਣ ਦੇ ਯੋਗ ਨਹੀਂ ਹੈ। ਇਸ ਤਰ੍ਹਾਂ ਨਾਲ ਕਹਿੰਦੇ ਉਲਝੇ ਹੋਏ ਪੱਖਪਾਤਾਂ ਦੇ ਵਿੱਚ, ਕਹਿੰਦੇ ਮੂਰਖ ਜਿਹੜੇ ਆਪਸ ਦੇ ਵਿੱਚ ਦੁੱਖ, ਜਮ ਦਾ ਡੰਡ ਲੱਗਦਾ ਨਾ, ਕਹਿੰਦੇ ਇਸ ਤਰ੍ਹਾਂ ਨਾਲ ਫਿਰ ਦੁੱਖ ਪਾਉਂਦੇ ਹਨ। ਦਵੈਤ ਵਿਖੇ ਉਲਝੇ ਦੁਖ ਪਾਈ, ਦਵੈਤ ਭਾਵਨਾ ਮੇਰ ਤੇਰ ਦੇ ਵਿੱਚ ਉਲਝੇ ਹੋਏ, ਮੈਂ ਵਧਾ ਲਵਾਂ, ਮੈਂ ਚੱਕ ਲਵਾਂ, ਮੈਂ ਕਰ ਲਵਾਂ, ਤੇ ਇਸ ਤਰ੍ਹਾਂ ਨਾਲ ਕਹਿੰਦੇ ਦੁੱਖ ਪਾਉਂਦੇ ਹਨ। ਸਤਨਾਮ ਉਰਤੇ ਬਿਸਰਾਈ, ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਤੋਂ ਵਿਸਾਰਿਆ ਹੋਇਆ। ਜੇ ਜਪਦਾ ਵੀ ਹੈ ਮਾੜਾ ਮੋਟਾ, ਕਹਿੰਦਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਕਹਿੰਦਾ ਮੇਰਾ ਆ ਹੋ ਜਾਵੇ, ਮੇਰਾ ਉਹ ਹੋ ਜਾਵੇ, ਫਲਾਣਾ ਮੈਨੂੰ ਕਰੋੜ ਰੁਪਈਆ ਮਿਲ ਜਾਵੇ। ਉਹ ਜਪਿਆ ਤਾਂ 10 ਮਿੰਟ ਨਹੀਂ, 1 ਰੁਪਈਏ ਦਾ ਤਾਂ ਜਪਿਆ ਨਹੀਂ ਅਜੇ, ਕਹਿੰਦਾ ਕਰੋੜ ਰੁਪਈਆ ਮਿਲ ਜਾਵੇ ਮੈਨੂੰ। ਫਿਰ ਇਸ ਤਰ੍ਹਾਂ ਜਪਦੇ ਆ। ਉਸ ਤਰ੍ਹਾਂ ਨਹੀਂ ਜਪਦੇ, ਕਹਿੰਦੇ ਖੁਸ਼ੀ ਨਾਲ ਦਿਲੋਂ ਚਿੰਤਨ ਨਹੀਂ ਕਰਦੇ। ਦਿਲੋਂ ਖੁਸ਼ੀ ਨਾਲ ਚਿੰਤਨ ਤਾਂ ਕੋਈ ਹੀ ਕਰਦਾ, ਜਿਹੜਾ ਦਿਲੋਂ ਖੁਸ਼ੀ ਨਾਲ ਸਾਰਿਆਂ ਨੂੰ ਤਿਆਗ ਕੇ, ਲੱਤ ਮਾਰ ਕੇ ਦਿਲੋਂ ਚਿੰਤਨ ਕਰੇ, ਉਹ ਤਾਂ ਕੋਈ ਵਿਰਲੇ ਵਿਰਲੇ ਹਨ। ਕਹਿੰਦੇ ਇਹਨਾਂ ਦੇ ਹਿਰਦਿਓਂ ਸੰਸਾਰ ਦੇ ਵਿਸਰਿਆ ਹੋਇਆ। ਹਿਰਦੇ ਤਾਂ ਇਹਨਾਂ ਦੇ ਸੰਸਾਰਕ ਤਰੱਕੀ ਹੈ ਮਨ ਦੇ ਵਿੱਚ, ਵੀ ਸੰਸਾਰਕ ਤਰੱਕੀ ਸਾਨੂੰ ਜਿਹੜੀ ਪ੍ਰਾਪਤ ਹੋ ਜਾਵੇ, ਰੱਬ ਵਾਲੀ ਤਰੱਕੀ ਤੋਂ ਖੁੰਝੇ ਹੋਏ ਹਨ। ਸਤਿਗੁਰ ਮਿਲਿਓ ਨਾ ਸੋਝੀ ਆਈ, ਇਸ ਕਰਕੇ ਬਿਨਾਂ ਗੁਰੂ ਤੋਂ ਇਹਨਾਂ ਨੂੰ ਕੋਈ ਸੋਝੀ ਪ੍ਰਾਪਤ ਨਹੀਂ ਹੁੰਦੀ ਹੈ। ਇਸ ਕਰਕੇ ਭੌਤਿਕਵਾਦੀ ਹੋ ਕਰਕੇ ਪਦਾਰਥਵਾਦ ਦੇ ਵਿੱਚ ਸੁੱਖ ਪਾਉਂਦੇ, ਦੁੱਖ ਪਾਉਂਦੇ, ਆਉਂਦੇ ਜਾਂਦੇ ਰਹਿੰਦੇ ਹਨ। ਏਕ ਜਰਾਹਾ ਹੋਤ ਹੈ ਸਿਆਣੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਏਕ ਸਰਜਨ ਐਸੇ ਹੁੰਦੇ ਆ, ਜਰਾਹ ਨਾਮ ਸਰਜਨ ਦਾ। ਇੱਕ ਸਰਜਨ ਸਿਆਣੇ ਡਾਕਟਰ ਐਸੇ ਹੁੰਦੇ ਹਨ। ਅਸਤ ਘਾਵ ਕੇ ਭਵਨ ਜੋ ਜਾਣੇ, ਉਹ ਜੇ ਕਿਸੇ ਦੇ ਸੱਟ ਲੱਗ ਕੇ ਹੱਡੀ ਟੁੱਟ ਜਾਵੇ, ਫਿਰ ਸਾਰੀ ਗੱਲ ਨੂੰ ਦੇਖਦੇ ਆ ਵੀ ਬਾਸ ਦੇ ਵਿੱਚ ਕਿੰਨੀ ਚੋਟ ਹੈ, ਹੱਡੀ ਦੇ ਵਿੱਚ ਕਿੰਨੀ ਚੋਟ ਹੈ। ਪੂਰਬ ਵਹੀਰ ਨਿਕਾਸੇ ਤਾਹੀ, ਤੇ ਫਿਰ ਉਹ ਮਾਸ ਦੇ ਵਿੱਚੋਂ ਪਹਿਲਾਂ ਹੱਡੀ ਨੂੰ ਠੀਕ ਕਰਦੇ ਆ। ਪਹਿਲਾਂ ਉਹ ਜਿਹੜਾ ਹੈ ਉੱਪਰ ਹੀ ਪੱਟੀਆਂ ਨਹੀਂ ਕਰ ਦਿੰਦੇ। ਹੁਣ ਵਿੱਚੋਂ ਹੱਡੀ ਟੁੱਟੀ ਹੋਵੇ ਤੇ ਜਾ ਕਰਕੇ ਉੱਪਰੋਂ ਵਿੱਚੋਂ ਤਾਂ ਉਹਨੂੰ ਪਤਾ ਨਾ ਹੋਵੇ, ਉੱਪਰੋਂ ਪੱਟੀਆਂ ਕਰੀ ਜਾਵੇ, ਦੱਸੋ ਉਹਦੀ ਲੱਤ ਵੱਢਣ ਦੇ ਯੋਗ ਕਰ ਦਊਗਾ। ਪਰ ਕਹਿੰਦੇ ਸਿਆਣੇ ਜਰਾਹ ਜਿਹੜੇ ਹੁੰਦੇ ਆ ਨਾ, ਪਹਿਲਾਂ ਤਾਂ ਉਹ ਕਹਿੰਦੇ ਐਕਸਰਾ ਕਰਾਓ ਭਾਈ, ਦੇਖੀਏ ਇਹਦੇ ਵਿੱਚ ਕਿੰਨੀ ਸੱਟ ਹੈ ਤੇ ਬਾਹਰ ਕਿੰਨੀ ਸੱਟ ਹੈ, ਪਤਾ ਲੱਗੇ। ਜਦੋਂ ਚੰਗੀ ਤਰ੍ਹਾਂ ਜਾਣ ਕਰਕੇ ਫਿਰ ਦੇਖਦੇ ਆ ਵੀ ਅੰਦਰ ਇੰਨੀ ਸੱਟ ਹੈ, ਬਾਹਰ ਇੰਨੀ ਸੱਟ ਹੈ, ਫਿਰ ਪਹਿਲਾਂ ਅੰਦਰਲੀ ਸੱਟ ਤੋਂ ਉਹ ਜਿਹੜਾ ਇਲਾਜ ਸ਼ੁਰੂ ਕਰਦੇ ਆ, ਬਾਹਰਲੀ ਸੱਟ ਤੋਂ ਨਹੀਂ। ਤੇ ਜੇ ਹੁਣ ਬਾਹਰਲੀ ਸੱਟ ਦਾ ਇਲਾਜ ਕਰੀ ਜਾਵੇ, ਅੰਦਰਲੀ ਸੱਟ ਦਾ ਇਲਾਜ ਕਰੇ ਹੀ ਨਾ, ਉਹ ਤਾਂ ਅੰਦਰੋਂ ਗਲ ਸੜ ਕੇ ਸਾਰਾ ਜੀਵਨ ਬਰਬਾਦ ਤਬਾਹ ਹੋ ਜਾਊਗਾ। ਤੇ ਹੁਣ ਸਾਨੂੰ ਅੰਦਰਲੀਆਂ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ, ਇਹਦਾ ਇਲਾਜ ਕਿਹੜਾ ਕਰੇ? ਅਸੀਂ ਬਾਹਰੋਂ ਤਾਂ ਇਲਾਜ ਕਰੀ ਜਾਂਦੇ ਆ। ਕੋਈ ਸ਼ਰਾਬ ਪੀ ਲਈ, ਜਾਂ ਕੋਈ ਨਸ਼ਾ ਕਰ ਲਿਆ, ਜਾਂ ਕੋਈ ਅਸੀਂ ਦਵਾਈ ਲੈ ਲਈ, ਜਾਂ ਅਸੀਂ ਕਿਹਾ ਵੀ ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਬਾਹਰੋਂ ਤਾਂ ਇਲਾਜ ਕਰੀ ਜਾਂਦੇ ਆ, ਪਰ ਅੰਦਰੋਂ ਇਲਾਜ ਨਹੀਂ ਨਾ ਅਸੀਂ ਕਰ ਸਕਦੇ। ਅੰਦਰੋਂ ਇਲਾਜ ਕਿਵੇਂ ਹੋਊਗਾ? ਤਾਂ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਸਿਆਣੇ ਜਰਾਹ ਨੇ, ਉਹ ਅੰਦਰੋਂ ਇਲਾਜ ਕਰਦੇ ਆ। ਪਹਿਲਾਂ ਅੰਦਰੋਂ ਦੇਖਦੇ ਆ ਭਾਈ ਕਿੰਨੀ ਚੋਟ ਹੈ, ਤੇ ਫੇਰ ਜਿਹੜਾ ਬਾਹਰ ਦਾ ਇਲਾਜ ਵੀ ਉਹਨੂੰ ਮਾਫਕ ਆਉਂਦਾ ਹੈ। ਜਦ ਅੰਦਰੋਂ ਇਲਾਜ ਹੁੰਦਾ ਹੈ ਤਾਂ ਫਿਰ ਬਾਹਰ ਦਾ ਇਲਾਜ ਵੀ ਛੇਤੀ ਹੋ ਜਾਂਦਾ ਹੈ। ਤੇ ਜੇ ਬਾਹਰ ਦਾ ਇਲਾਜ ਕਰੀ ਜਾਵੇ, ਅੰਦਰ ਦਾ ਇਲਾਜ ਕਰੇ ਹੀ ਨਾ, ਤਾਂ ਫੇਰ ਭਾਈ ਅੰਦਰ ਦਾ ਇਲਾਜ ਜਿਹੜਾ ਬਾਹਰਲੇ ਇਲਾਜ ਨੂੰ ਵੀ ਵਿਗਾੜ ਕੇ ਰੱਖ ਦਿੰਦਾ ਹੈ, ਖਰਾਬ ਕਰ ਦਿੰਦਾ ਹੈ। ਇਸ ਤਰ੍ਹਾਂ ਕਹਿੰਦੇ ਕਰਦੇ ਹਨ। ਸ਼ਰਮ ਘਾਵ ਕੋ ਬਹੁਰ ਮਿਲਾਈ, ਹੱਡੀ ਨੂੰ ਜੋੜ ਕੇ ਤੇ ਫੇਰ ਕਹਿੰਦੇ ਉਹ ਮਾਸ ਦਾ ਘਾਹ ਹੈ ਜਿਹੜਾ,
ਉਹ ਠੀਕ ਕਰਦੇ ਆ ਜਿਹੜੇ ਸਿਆਣੇ ਹੁੰਦੇ ਹਨ। ਇਕ ਕਚ ਹਿਕਮਤ ਲਗ ਜਾਣਤ। ਇੱਕ ਕੱਚੇ ਹਿਕਮਤ ਲੱਗ ਜਾਣਤ। ਇੱਕ ਕਹਿੰਦੇ ਉਦਾਂ ਹੀ ਝੋਲਾ ਛਾਪ ਡਾਕਟਰ ਹੁੰਦੇ ਆ, ਹਿਕਮਤ ਵੈਦਗੀ ਥੋੜੀ ਜਾਣਦੇ ਹੁੰਦੇ ਆ, ਬਾਲਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ। ਕਦੀ ਗੋਲੀ ਗੋਲੀ ਦੇਤੀ ਕੋਈ ਮਾੜਾ ਮੋਟਾ, ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ। ਭਗਨ ਹਸਤ ਕੋ ਨਹੀਂ ਜਾਣ ਉਹ ਪਛਾਨਤ। ਟੁੱਟੀ ਹੋਈ ਹੱਡੀ ਨੂੰ ਤਾਂ ਸੱਟ ਦੇ ਵਿੱਚ ਜਾਣਦੇ ਨਹੀਂ ਹਨ ਵੀ ਵਿੱਚੋਂ ਹੱਡੀ ਟੁੱਟ ਗਈ ਹੈ, ਇਹਦੀ ਕ੍ਰਿਕ ਹੋ ਗਿਆ, ਫ੍ਰੈਕਚਰਡ ਹੋ ਗਿਆ ਹੈ, ਇਸ ਕਰਕੇ ਸੋਜਾ ਹੈ। ਆਮਿਕ ਕਾਉ ਸੋ ਦੇਹ ਮਿਲਾਈ। ਉਹ ਬਾਹਰੋਂ ਸੋਜਾ ਉਤਰਨ ਦੀਆਂ ਦਵਾਈਆਂ ਦੇਈ ਜਾਂਦੇ ਆ ਬਈ ਸੋਜਾ ਹੋ ਗਿਆ। ਇਸ ਗੱਲ ਦਾ ਪਤਾ ਤਾਂ ਕਰਦੇ ਨਹੀਂ ਵੀ ਸੋਜਾ ਕਿਉਂ ਹੋ ਗਿਆ, ਵੀ ਅੰਦਰੋਂ ਫ੍ਰੈਕਚਰਡ ਹੋ ਗਿਆ, ਹੱਡੀ ਟੁੱਟ ਗਈ ਤਾਂ ਜਿਹੜਾ ਸੋਜਾ ਹੋ ਗਿਆ। ਪਰ ਜਿਹੜਾ ਬਾਹਰੋਂ ਦਵਾਈਆਂ ਕੱਲੀਆਂ ਬਿਨਾਂ ਦੇਖੇ, ਬਿਨਾਂ ਐਕਸਰੇ ਤੋਂ, ਤੇ ਕਹਿੰਦੇ ਉਹ ਬਿਨਾਂ ਜਾਣੇ ਤੋਂ, ਤੇ ਕਹਿੰਦੇ ਦੇਈ ਜਾਂਦੇ ਆ ਗੋਲੀਆਂ ਤੇ ਦਵਾਈਆਂ, ਤੇ ਉਹ ਕਹਿੰਦੇ ਕੰਮ ਵਿਗੜਦਾ ਜਾਂਦਾ, ਸੋਜਾ ਉਤਰਦਾ ਨਹੀਂ। ਉਹਦਾ ਆਰਜੀ ਸੁੱਖ ਪ੍ਰਾਪਤ ਹੁੰਦਾ ਪਰ ਉਸ ਦਾ ਸਥਾਈ ਸੁੱਖ ਪ੍ਰਾਪਤ, ਕਿਉਂਕਿ ਇਲਾਜ ਅੰਦਰੋਂ ਨਹੀਂ ਹੁੰਦਾ। ਜਿਹੜੇ ਅਣਜਾਣ ਹਨ ਉਹ ਕਹਿੰਦੇ ਸੋਜਾ ਦੇਖ ਕੇ ਹੱਡੀ ਟੁੱਟੀ ਨਹੀਂ ਜਾਣਦੇ, ਤੇ ਉਹ ਇਸ ਤਰ੍ਹਾਂ ਹੀ ਦਵਾਈਆਂ ਉੱਪਰੋਂ ਦੇ ਕਰਕੇ ਸੋਜਾ ਉਤਾਰ ਕੇ ਹੱਡੀ ਜੋੜਨ ਦੀ ਕੋਸ਼ਿਸ਼ ਕਰਦੇ ਆ, ਪਰ ਕਹਿੰਦੇ ਨਹੀਂ ਹੁੰਦੀ ਹੈ। ਰਹੇ ਵਿਕਾਰ ਨਸੂਰ ਸਦਾਈ। ਤੇ ਫੇਰ ਕਹਿੰਦੇ ਉੱਪਰੋਂ ਇਸ ਤਰ੍ਹਾਂ ਦਵਾਈਆਂ ਜਦੋਂ ਦੇਖ ਕੇ ਮੇਲਣ ਦਾ ਯਤਨ ਕਰਦੇ ਆ, ਅੰਦਰ ਨਸੂਰ ਰਹਿ ਜਾਂਦਾ, ਪਾਕ ਪੈ ਜਾਂਦੀ ਹੈ, ਹੱਡੀ ਗਲ ਜਾਂਦੀ ਹੈ, ਖਰਾਬ ਹੋ ਜਾਂਦਾ ਹੈ ਕੰਮ। ਤਿਉ ਇੱਕ ਸਤਿਗੁਰ ਮੋਹ ਹੰਕਾਰਾ। ਇਸ ਤਰ੍ਹਾਂ ਨਾਲ ਹੀ ਜਾਣ ਲਓ ਅਧਿਆਤਮਕ ਤੇ ਧਾਰਮਿਕ ਮਾਰਗ ਦੇ ਵਿੱਚ ਇੱਕ ਸਤਿਗੁਰੂ ਸੱਚਾ ਹੈ, ਜਿਹੜਾ ਪਹਿਲਾਂ ਮੋਹ ਤੇ ਹੰਕਾਰ ਰੂਪ ਟੁੱਟੀ ਹੋਈ ਹੱਡੀ ਨੂੰ ਠੀਕ ਕਰਦਾ, ਬਾਅਦ ਦੇ ਵਿੱਚ ਅੱਗੇ ਨਾਮ ਦਾ ਦਾਨ ਜਿਹੜਾ ਦੇ ਕਰਕੇ ਉਹਨੂੰ ਤੋਰਦਾ। ਉੱਪਰੋਂ ਦਵਾਈਆਂ ਦੇ ਕੇ ਨਹੀਂ ਕਰੀ ਜਾਂਦਾ, ਅੰਦਰੋਂ ਪਹਿਲਾਂ ਦੇਖਦਾ ਵੀ ਇਹਦਾ ਭਾਂਡਾ ਕਿਹੋ ਜਿਹਾ ਹੈ, ਨਹੀਂ ਤਾਂ ਉੱਪਰੋਂ ਦਵਾਈਆਂ ਦੇਈ ਜਾਂਦੇ ਆ। ਉਹ ਦੇਖਦੇ ਤਾਂ ਹੈ ਨਹੀਂ ਵੀ ਵਿਦਿਆਰਥੀ ਦਾ ਅਧਿਕਾਰੀ ਕਿਹੜਾ ਹੈ, ਪਹਿਲੀ ਜਮਾਤ 'ਚ ਬੈਠਣ ਵਾਲਾ ਕਿ ਇਹ 10ਵੀਂ ਜਮਾਤ 'ਚ ਬੈਠਣ ਵਾਲਾ, ਇਹ ਤਾਂ ਦੇਖਦੇ ਨਹੀਂ, ਉਹਨੂੰ ਦੇਈ ਜਾਂਦੇ ਆ ਦਵਾਈਆਂ, ਉੱਪਰੋਂ ਦੇਈ ਜਾਂਦੇ ਆ। ਉੱਪਰੋਂ ਪੁੜੀਆਂ ਆਹ ਕਰ ਲਾ ਤੂੰ, ਉਹ ਕਰ ਲਾ ਤੂੰ, ਆਹ ਕਰ ਲਾ। ਉਹਦੀ ਬਿਰਤੀ ਤੇ ਉਸ ਦੀ ਰੁਚੀ ਨੂੰ, ਜਿਹੜਾ ਉਹਦੀ ਚੁਆਇਸ ਨੂੰ ਜਾਣਦੇ ਨਹੀਂ ਵੀ ਇਹ ਕਿਹੋ ਜਿਹੀ ਬਿਰਤੀ ਦਾ, ਇਹਦਾ ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ, ਤੁਰੀਆ ਪਤੀਤ ਵਾਲੇ ਹਿਸਾਬ ਵਾਲਾ ਇਹ ਨਹੀਂ ਜਾਣਦੇ ਹਨ। ਕਹਿੰਦੇ ਉਹ ਦਵਾਈ ਦੇ ਕਰਕੇ ਕਹਿੰਦੇ ਸਗੋਂ ਬਿਰਤੀ ਨੂੰ ਵਿਗਾੜਨ ਦਾ ਕਾਰਨ ਬਣਦੇ ਆ, ਉਹਦੇ ਨਾਲ ਕਹਿੰਦੇ ਬਿਰਤੀ ਦਾ ਸੁਧਾਰ ਨਹੀਂ ਹੁੰਦਾ। ਜਦੋਂ ਅਣਜਾਣ ਨਾਮ ਦੇਈ ਜਾਊਗਾ, ਆਪ ਤਾਂ ਨਾਮ ਜਪਿਆ ਨਹੀਂ, ਮੈਂ ਆਪ ਤਾਂ ਨਾਮ ਜਪਿਆ ਨਹੀਂ, ਮੇਰੇ ਵਿੱਚ ਸ਼ਕਤੀ ਕੋਈ ਨਹੀਂ, ਮੇਰੇ ਵਿੱਚ ਉਹਦੀ ਕਸ਼ਿਸ਼ ਕੋਈ ਨਹੀਂ, ਮੇਰਾ ਆਪਦਾ ਅੰਮ੍ਰਿਤ ਵੇਲਾ ਕੋਈ ਨਹੀਂ, ਮੇਰੇ ਪੰਜ ਕਕਾਰ ਕੋਈ ਨਹੀਂ, ਮੇਰਾ ਕੋਈ ਹੋਰ ਢੰਗ ਹਿਸਾਬ ਨਹੀਂ, ਤੇ ਮੈਂ ਕਿਸੇ ਨੂੰ ਕਹਾਂ ਵੀ ਤੂੰ ਆ ਨਾਮ ਲੈ ਲਿਆ ਕਰ, ਆ ਤੂੰ ਸ਼ਬਦ ਲੈ ਲਿਆ ਕਰ, ਉਹ ਮੇਰਾ ਪਹਿਲਾਂ ਤਾਂ ਇੱਕ ਦੇ ਹੀ ਨਹੀਂ ਸਕਦਾ। ਪੰਜ ਪਿਆਰਿਆਂ ਨੂੰ ਅਥਾਰਟੀ ਆ, ਪੰਜ ਦੇਣਗੇ ਜਦੋਂ ਦੇਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ। ਕੱਲਾ ਸਿੱਖ ਧਰਮ 'ਚ ਦੇਣ ਦੀ ਅਥਾਰਟੀ ਹੋਈ ਨਹੀਂ ਕਿਸੇ ਨੂੰ, ਪੰਜ ਦੇਣਗੇ। ਸੰਤ ਮਹਾਰਾਜ ਵੀ ਪੰਜਾਂ 'ਚ ਲੱਗ ਕੇ ਦਿੰਦੇ ਰਹੇ, ਅੰਮ੍ਰਿਤ 14 ਲੱਖ 8 ਲੱਖ ਨੂੰ ਛਕਾਇਆ, ਪੰਜਾਂ 'ਚ ਲੱਗ ਕੇ ਦਿੰਦੇ ਰਹੇ, ਕੱਲੇ ਕਿਸੇ ਨੂੰ ਨਾਮ ਤਾਂ ਨਹੀਂ ਸੀ ਦਿੰਦੇ ਵੀ ਬਿਨਾਂ ਅੰਮ੍ਰਿਤ ਛਕੇ ਤੋਂ ਕਹਿ ਦਿੰਦੇ ਹੁਣ ਵੀ ਆਹ ਸ਼ਬਦ ਲੈ ਲਿਆ ਕਰ, ਤੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਕਦੇ ਨਹੀਂ ਸੰਤ ਮਹਾਰਾਜ ਜੀ ਨੇ ਕਿਹਾ ਕਿਸੇ ਨੂੰ। ਤਾਂ ਇਸ ਤਰ੍ਹਾਂ ਕੱਲਾ ਦੇ ਹੀ ਨਹੀਂ ਸਕਦਾ, ਤੇ ਫਿਰ ਆਪਦੀ ਕਮਾਈ ਤੋਂ ਬਿਨਾਂ ਜਾ ਕਰਕੇ ਕਹੇ ਤੇ ਬਈ ਤੂੰ ਆਹ ਸ਼ਬਦ ਜਪ ਲਿਆ ਕਰ, ਤਾਂ ਉਹਨੂੰ ਦੱਸ ਕਿਵੇਂ ਉਹ ਫਾਇਦਾ ਕਰੂਗਾ। ਉਹਨੂੰ ਛੇਤੀ ਉਹਨੇ ਕਿਸੇ ਪ੍ਰਕਾਰ ਨਾਲ ਭਾਵਾਂ ਫਾਇਦਾ ਕਰੂਗਾ ਵੀ ਸ਼ਬਦ ਪ੍ਰਮਾਤਮਾ ਦਾ, ਕਿਉਂਕਿ ਦੇਣ ਵਾਲੇ ਦਾ ਨਹੀਂ ਹੈ। ਦੇਣ ਵਾਲੇ ਨੇ ਆਪਦਾ ਨਾਂ ਥੋੜੀ ਦੇਤਾ ਵੀ ਤੂੰ ਆ ਅਵਤਾਰ ਸਿੰਘ ਨਾਂ ਲਈ ਜਾਇਆ ਕਰ, ਆ ਜੋ ਤੂੰ ਗੋਪਾਲ ਸਿੰਘ ਨਾਂ, ਆ ਜੋ ਤੂੰ ਮੇਰਾ ਰਾਮ ਸਿੰਘ ਨਾਂ ਲਈ। ਉਹਨੇ ਆਪਦਾ ਨਾਂ ਤਾਂ ਨਹੀਂ ਦਿੱਤਾ, ਨਾਂ ਤਾਂ ਉਹਨੇ ਉਸੇ ਪ੍ਰਮਾਤਮਾ ਦਾ ਦਿੱਤਾ ਨਾ। ਪਰ ਜੇ ਆਪਦੀ ਕਮਾਈ ਵਾਲਾ ਦਊਗਾ ਤਾਂ ਉਹਦਾ ਬਹੁਤ ਜ਼ਿਆਦਾ ਲਾਭ ਹੋਊਗਾ, ਛੇਤੀ ਲਾਭ ਹੋਊਗਾ। ਪਰ ਜਦ ਬਿਨਾਂ ਕਮਾਈ ਤੋਂ ਦਊਗਾ ਤਾਂ ਉਹਦਾ ਛੇਤੀ ਲਾਭ ਨਹੀਂ ਹੋਊਗਾ, ਜ਼ਿਆਦਾ ਲਾਭ ਨਹੀਂ ਹੋਊਗਾ, ਟਾਈਮ ਬਹੁਤ ਜ਼ਿਆਦਾ ਲੱਗੂਗਾ। ਜਿੱਥੇ 1 ਸਾਲ ਦੀ ਗੱਲ ਹੈ ਉੱਥੇ 8 ਸਾਲ ਲੱਗ ਜਾਣਗੇ, ਜਦੋਂ ਆਪਦੀ ਕਮਾਈ ਨਹੀਂ ਦੇਣ ਵਾਲੇ ਦੀ। ਜੇ ਆਪਦੀ ਕਮਾਈ ਵਾਲਾ ਦਊਗਾ ਤਾਂ ਜਿੰਨੀ ਆਪਦੀ ਕਮਾਈ ਵਾਲਾ ਦਊਗਾ ਉਹ 10 ਸਾਲ ਵਾਲੇ ਨੂੰ 1 ਮਹੀਨੇ 'ਚ ਵੀ ਕਰ ਸਕਦਾ, ਕਿਉਂਕਿ ਉਹਦੀ ਆਪਦੀ ਕਮਾਈ ਬਹੁਤ ਹੈ। ਪਰ ਆਪਦੀ ਕਮਾਈ ਹੁਣ ਇੱਥੇ ਤਾਂ ਦੁਨੀਆ ਭੁੱਖੀ ਫਿਰਦੀ ਹੈ, ਕਿਹਨੂੰ ਕਿਹਨੂੰ ਆਪਦੀ ਕਮਾਈ ਦੇ ਕੇ ਛੱਪੜ ਖਾਲੀ ਕਰੂਗਾ, ਕਿਹਨੂੰ ਕਿਹਨੂੰ ਦੇ ਕਰਕੇ ਵੰਡ ਕੇ। ਇੱਥੇ ਤਾਂ ਕਿਰਤ ਘਣਾ ਦੀ ਦੁਨੀਆ ਫਿਰਦੀ ਹੈ, ਕਿਹਨੂੰ ਦੇ ਦੇ ਕਰਕੇ ਵੰਡ ਕੇ। ਇੰਨੀ ਕਮਾਈ ਕਿਹਦੀ ਹੈ ਕਿ ਕਿਹਨੂੰ ਦੇ ਦੇ ਕੇ ਆਪ ਜੱਪੀ ਜਾਵੇ ਤੇ ਲੋਕਾਂ ਨੂੰ ਦੇਈ ਜਾਵੇ, ਕਿਹੜਾ ਦੇ ਸਕਦਾ। ਆਪਦੇ ਕਾਰਜ ਹੀ ਨਹੀਂ ਸੁੱਧ ਹੁੰਦੇ, ਆਪ ਹੀ ਜੱਪਣ ਵਾਲਿਆਂ ਨੂੰ ਭੁੱਖ ਪਈ ਹੋਈ ਹੈ ਤੇ ਦੂਜੇ ਨੂੰ ਕਿਹਨੂੰ ਦੇ ਦੇਣਗੇ, ਦੇ ਨਹੀਂ ਸਕਦੇ ਹਨ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤਿਉਂ ਇੱਕ ਸਤਿਗੁਰ ਮੋਹ ਹੰਕਾਰਾ, ਜਿਵੇਂ ਇੱਕ ਜਰਾ ਹੈ ਅੰਦਰੋਂ ਰੋਗ ਨੂੰ ਦੇਖ ਕਰਕੇ ਪਛਾਣ ਕੇ
ਤੇ ਕਹਿੰਦੇ ਉਹਦਾ ਨਿਵਰਤੀ ਕਰਦਾ ਹੈ, ਤੇ ਇੱਕ ਉੱਪਰੋਂ ਹੀ ਦਵਾਈਆਂ ਦੇਖ ਕੇ ਸੋਜਾ ਦੇਖ ਕੇ ਉਤਾਰਨ ਦੀ ਕੋਸ਼ਿਸ਼ ਕਰਕੇ ਨਸੂਰ ਦਾ ਕਾਰਨ ਬਣਦਾ ਹੈ। ਇਵੇਂ ਹੀ ਇੱਕ ਸੱਚਾ ਸਤਿਗੁਰ ਮੋਹ ਤੇ ਹੰਕਾਰ ਦੀ ਨਿਵਰਤੀ ਪਹਿਲਾਂ ਕਰਵਾਉਂਦਾ ਹੈ। ਪਹਿਲਾਂ ਭਾਂਡੇ ਨੂੰ ਮਾਂਜਣ ਦੀ ਤਾਕੀਦ ਦਿੰਦਾ ਹੈ ਵੀ ਭਾਂਡੇ ਨੂੰ ਮਾਂਜੋ ਭਾਈ, ਸੇਵਾ ਦੇ ਵਿੱਚ ਲਾਓ। ਸਿੱਧਾ ਹੀ ਨਹੀਂ ਜਾ ਕੇ ਕਹਿੰਦੇ ਉਹਨੂੰ ਵੀ ਜਾ ਕੇ ਭਾਈ ਤੂੰ ਇੱਥੇ ਬਹਿ ਜਾ ਜਾਂ ਤੂੰ ਆਹ ਹੋ ਗਿਆ, ਤਾਂ ਕਹਿੰਦੇ ਜਾ ਕਰਕੇ ਭਾਈ ਆ ਸੇਵਾ ਦੇ ਵਿੱਚ ਲਾਓ, ਸਿਮਰਨ ਦੇ ਵਿੱਚ ਲਾਓ। ਭਾਂਡਾ ਮਾਂਜਣ ਦਾ ਉਸ ਨੂੰ ਜਿਹੜਾ ਮੋਹ ਸੰਸਾਰ ਦੇ ਵਿੱਚ ਪੁੱਤਰਾਂ ਧੀਆਂ ਮਾਇਆ ਮਮਤਾ ਜਾਇਦਾਦਾਂ ਤੇ ਮੈਂ ਸਰੀਰ ਹਾਂ ਤੇ ਮੈਂ ਸਦਾ ਰਹਿਣਾ ਤੇ ਮੈਂ ਮਰਨਾ ਨਹੀਂ, ਤੇ ਇਹ ਮੋਹ ਹੈ ਸਾਰਾ। ਤੇ ਹੰਕਾਰਾ ਮੈਂ ਚਲਾਉਣ ਵਾਲਾ ਹਾਂ, ਮੈਂ ਕਰਨ ਵਾਲਾ ਹਾਂ, ਮੇਰਾ ਸਾਰਾ ਸੰਬੰਧ ਹੈ, ਤੇ ਇਸ ਤਰ੍ਹਾਂ ਨਾਲ ਹੰਕਾਰ ਧਾਰਨ ਕਰਦਾ ਹੈ। ਇਹ ਸਾਰਾ ਹੀ ਪਹਿਲਾਂ ਜਿਹੜਾ ਅਸਲ ਸਤਿਗੁਰ ਡਾਕਟਰ ਹੈ ਉਹ ਅੰਦਰੋਂ ਟੁੱਟੀ ਹੋਈ ਹੱਡੀ ਦੇ ਇਸ ਰੋਗ ਨੂੰ ਪਹਿਲਾਂ ਪਛਾਣ ਕੇ ਠੀਕ ਕਰਦਾ। ਪ੍ਰਥਮੇ ਖੋਵੇ ਸਰਬ ਵਿਕਾਰ, ਸਾਰੇ ਪ੍ਰਕਾਰ ਨਾਲ ਇਹ ਟੁੱਟੀ ਹੋਈ ਹੱਡੀ ਨੂੰ ਜੋੜ ਕਰਕੇ ਪ੍ਰਮਾਤਮਾ ਦੇ ਨਾਲ ਜੋੜਦਾ ਅੰਦਰੋਂ, ਫੇਰ ਉਹ ਅੱਗੇ ਇਲਾਜ ਕਰਦਾ ਹੈ। ਉੱਪਰੋਂ ਦਿਖਾਵੇ ਦੇ ਇਲਾਜ ਤਾਂ ਦੁਨੀਆ ਕਰਦੀ ਹੈ। ਗੌਰਵ ਦੇ ਆਤਮ ਉਪਦੇਸ਼, ਤੇ ਫੇਰ ਮੋਹ ਹੰਕਾਰ ਦੂਰ ਕਰਕੇ ਆਤਮ ਉਪਦੇਸ਼ ਦਾ ਅਧਿਕਾਰੀ ਕਰਦਾ, ਕਿਉਂਕਿ ਹਰ ਕੋਈ ਆਤਮ ਉਪਦੇਸ਼ ਦਾ ਅਧਿਕਾਰੀ ਨਹੀਂ ਹੈ। ਜੇ ਕੋਈ ਕਹੇ ਹਰ ਕੋਈ ਸੜਕ ਤੇ ਤੁਰਿਆ ਜਾਂਦਾ ਆਤਮ ਉਪਦੇਸ਼ ਦਾ ਅਧਿਕਾਰੀ ਹੈ, ਨਾ 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 ਨਾ, ਸਾਧ ਸੰਗਤ ਜੀ ਕਿਵੇਂ ਹੋ ਜਾਊਗਾ? ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਵਿਚਾਰ ਕੇ ਦੇਖੋ ਨਾ। ਆ BA ਡਿਗਰੀ ਦਾ ਕੋਈ ਕਾਲਜ ਹੋਵੇ, ਮੈਂ ਤੁਰਿਆ, ਮੈਂ ਕਥਾ ਵੀ ਕਰਦਾ ਭਾਵਾਂ ਜੇ ਮੈਂ ਉਹਦੇ ਮੂਹਰੇ ਤੁਰਿਆ ਜਾਂਦਾ ਹੋਵਾਂ, ਤੇ ਮੈਂ ਸਮਝਾਂ ਵੀ ਮੈਂ ਤਾਂ ਇਹਦੀ ਡਿਗਰੀ ਦਾ ਅਧਿਕਾਰੀ ਹੋ ਗਿਆ, ਵੀ ਮੈਂ ਤਾਂ ਕਿਵੇਂ ਮੈਂ ਆਪਦੇ ਮਨ ਦੇ ਨਾਲ ਮੰਨ ਕੇ ਉਹਦੀ ਡਿਗਰੀ ਦਾ ਅਧਿਕਾਰੀ। ਉਹਨਾਂ ਨੇ ਮੈਨੂੰ ਕੋਈ ਲਿਖਤੀ ਨਹੀਂ ਦਿੱਤਾ, ਕੋਈ ਮੈਂ ਉਹਦੇ 'ਚ ਕੋਰਸ ਨਹੀਂ ਕੀਤਾ, ਕੋਈ ਮੇਰੀ ਪਾਸਿੰਗ ਨਹੀਂ ਹੋਈ, ਕੋਈ ਮੇਰੇ ਨੰਬਰ ਨਹੀਂ ਆਏ, ਕਿਸੇ ਸਬਜੈਕਟ ਬਾਰੇ ਮੈਨੂੰ ਗਿਆਨ ਨਹੀਂ, ਤਾਂ ਮੈਂ ਕਿਵੇਂ ਆਪਦੇ ਮਨ ਦੀ ਹੰਗਤਾ ਹੀ ਹੈ ਨਾ ਇਹ ਹੰਕਾਰ। ਮੈਂ ਮੂਹਰ ਦੀ ਲੰਘ ਕੇ ਕਾਲਜ ਦੇ ਜਾਂ ਆਲੇ ਦੁਆਲੇ ਚੱਕਰ ਲਗਾ ਕੇ ਕਾਲਜ ਦੇ ਕਹੀ ਜਾਵਾਂ ਵੀ ਮੈਂ ਇਹਦੀ ਵਿੱਦਿਆ ਨੂੰ ਪਾ ਲਿਆ, ਮੈਨੂੰ ਸਰਟੀਫਿਕੇਟ ਮਿਲ ਗਿਆ, ਮੈਂ ਪਾਸ ਹੋ ਗਿਆ, ਮੈਂ ਠੀਕ ਠਾਕ ਆ। ਉਹ ਤਾਂ ਕੋਈ ਗੱਲ ਨਾ ਬਣੀ ਜਿੰਨਾ ਚਿਰ ਉਹ ਲਿਖ ਕੇ ਨਹੀਂ ਦੇਣਗੇ। ਤਾਂ ਇਸ ਤਰ੍ਹਾਂ ਜੇ ਕੋਈ ਗੁਰਦੁਆਰੇ ਜਾਂ ਮਸਜਿਦ ਮੰਦਿਰ ਦੇ ਆ ਕੇ ਪਰਿਕਰਮਾ ਕਰਕੇ ਤੇ ਲੰਗਰ ਛਕ ਕੇ ਤੇ ਮੂਹਰੇ ਦੀ ਲੰਘ ਕੇ ਤੇ ਕਹੇ ਜੀ ਮੈਂ ਧਾਰਮਿਕ ਹੋ ਗਿਆ ਤੇ ਠੀਕ ਠਾਕ ਆ ਜੀ, ਮੈਂ ਪਾਸ ਹੋ ਗਿਆ ਤੇ ਮੈਂ ਮੁਕਤ ਵੀ ਹੋ ਗਿਆ ਤੇ ਮੈਂ ਨਾਮ ਵੀ ਜਪ ਲਿਆ, ਇਹ ਤਾਂ ਉਹਦੇ ਮਨ ਦੀ ਭਾਵਨਾ ਨਾ। ਇਸ ਤਰ੍ਹਾਂ ਉਹਨੇ ਆਪਦੇ ਮਨ ਦੇ ਨਾਲ ਕਲਪ ਲਿਆ। ਪਰ ਗੁਰੂ ਸਾਹਿਬ ਜੀ ਦੇ ਆਦੇ ਲਿਖ ਕੇ ਨਹੀਂ ਦਿੱਤਾ ਨਾ। ਲਿਖ ਕੇ ਦੇਣਗੇ ਤਾਂ ਉਹਦਾ ਕੋਈ ਇਤਿਹਾਸ 'ਚ ਨਾ ਕੋਈ ਗੱਲ ਬਣੂਗੀ, ਕੋਈ ਕੁਰਬਾਨੀ ਕਰੂਗਾ, ਕੋਈ ਨਾਮ ਜਪੂਗਾ, ਕੋਈ ਦਾਨ ਕਰੂਗਾ, ਕਿਸੇ ਢੰਗ ਦੇ ਵਿੱਚ ਗੱਲ ਆਊਗੀ, ਫੇਰ ਹੀ ਉਹਦਾ ਜਿਹੜਾ ਲਿਖ ਕੇ ਪ੍ਰਮਾਣ ਹੋਊਗਾ ਨਾ ਵੀ ਠੀਕ ਆ ਜੀ, ਹਾਂਜੀ ਤੁਸੀਂ ਪਾਸ ਹੋ ਗਏ ਇਹਦੇ ਵਿੱਚ ਤੁਸੀਂ। ਪਰ ਜਦੋਂ ਕੋਈ ਗੱਲ ਹੀ ਨਹੀਂ ਹੋਈ, ਮੈਂ ਐਵੇਂ ਹੀ ਮਨ ਦੇ ਵਿੱਚ ਇਹ ਜਿਹੜੀਆਂ ਆਸਾਂ ਉਮੀਦਾਂ ਵਧਾ ਕੇ ਕਹਾਂ ਵੀ ਮੈਂ ਆਹ ਕਰ ਲਿਆ, ਮੈਂ ਉਹ ਕਰ ਲਿਆ, ਪਰ ਉਹ ਤਾਂ ਨਹੀਂ ਨਾ ਹੁੰਦਾ। ਤਾਂ ਇਸ ਤਰ੍ਹਾਂ ਕਹਿੰਦੇ ਹਨ ਫੇਰ ਆਤਮ ਉਪਦੇਸ਼ ਦਾ ਅਧਿਕਾਰੀ ਜਾਣ ਕਰਕੇ ਜਿਹੜਾ ਸੱਚਾ ਸਤਿਗੁਰੂ ਹੈ ਉਹਨੂੰ ਉਹਦੇ ਨਾਲ ਟੱਚ ਕਰਦਾ ਹੈ। ਪਹਿਲਾਂ ਉਹਦਾ ਭਾਂਡਾ ਸਵਾਰ ਕਰਕੇ ਤੇ ਫੇਰ ਦੇਖਦਾ ਵੀ ਕਿੱਥੇ ਤੱਕ ਗੱਲ ਜਾਂਦੀ ਹੈ, ਤੇ ਫਿਰ ਉਹਨਾਂ ਸਮਾਂ ਲੱਗਦਾ। ਸਾਰਿਆਂ ਨੂੰ ਉਸ ਤਰ੍ਹਾਂ ਨਹੀਂ ਕਰ ਦਿੰਦਾ। ਕਈਆਂ ਨੂੰ ਆ ਮੂਲੇ ਵਰਗੇ ਵੀ ਸਨ, ਕਹਿੰਦੇ 200 ਸਾਲ ਤੇ ਪਾਤੀ। ਆ ਇੱਕ ਬਾਲਕ ਆਇਆ ਖੱਤਰੀ ਦਾ, ਆ ਤਰਖਾਣ ਦਾ, 1 ਮਿੰਟ ਦੇ ਵਿੱਚ ਹੀ। ਮਹਾਰਾਜ ਕਹਿੰਦੇ ਪੂਰਬਲੇ ਸੰਸਕਾਰ ਤਾਂ ਦੇਖ ਲਾ, ਕਹਿੰਦੇ ਇਹਨੇ ਪਿਛਲੇ ਜਨਮ 'ਚ ਵੀ ਝੂਠ ਬੋਲਿਆ, ਇਸ ਜਨਮ 'ਚ ਵੀ ਝੂਠ ਘਰ ਵਾਲੀ ਦੇ ਪਿੱਛੇ ਲੱਗ ਕੇ ਬੋਲੀ ਜਾਂਦਾ, ਕਹਿੰਦੇ ਤਾਂ ਜਾ ਕੇ ਜਾਣਾ ਪਿਆ। ਕਹਿੰਦੇ ਪੂਰਬਲੇ ਸੰਸਕਾਰ ਤਾਂ ਦੇਖ ਲਾ, ਉਹਦੇ 1 ਮਿੰਟ ਦੇ ਵਿੱਚ ਕਿੰਨਾ ਜੁੜ ਗਿਆ, ਪਰ ਉਹਦੀ ਭਾਵਨਾ ਤੇ ਇਹਦੀ ਭਾਵਨਾ ਦੇ ਵਿੱਚ ਫਰਕ ਪੈ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਫਰਕ ਪੈ ਗਿਆ, ਇਹ ਸਮੇਂ ਦਾ ਅੰਤਰਾਲ ਹੋ ਗਿਆ। ਕਹਿੰਦੇ ਫਿਰ ਆਤਮ ਉਪਦੇਸ਼ ਦੇ ਲੈਕ ਉਹਨੂੰ ਬਣਾ ਕਰਕੇ ਤਾਰ ਦਿੰਦੇ ਹਨ। ਤਿਨਹਿ ਨਾ ਆਵੈ ਭਵ ਪੀਰਾ ਲੇਸ਼ਾ, ਤੇ ਉਹਨਾਂ ਨੂੰ ਫੇਰ ਇਹ ਸੰਸਾਰ ਭਵ ਦੀ ਪੀੜਾ ਲੇਸਾ ਥੋੜੀ ਜਿਹੀ ਵੀ ਜਿਹੜਾ ਦੁੱਖ ਪ੍ਰਾਪਤ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ। ਇੱਕ ਕਾਚੇ ਗੁਰ ਹਵੇ ਜਗ ਮਾਹੀ, ਇੱਕ ਕੱਚੇ ਗੁਰੂ ਕਹਿੰਦੇ ਅਣਜਾਣ ਡਾਕਟਰ ਦੀ ਤਰ੍ਹਾਂ ਸੰਸਾਰ ਦੇ ਵਿੱਚ ਤੁਰੇ ਫਿਰਦੇ ਹਨ। ਮਨ ਵਿਕਾਰ ਸੇ ਨਾਸੇ ਨਹੀਂ, ਮਨ ਦੇ ਵਿਕਾਰਾਂ ਨੂੰ ਤਾਂ ਦੇਖਦੇ ਨਹੀਂ ਵੀ ਇਹ ਮੋਹ ਵਾਲਾ, ਇਹ ਕ੍ਰੋਧ ਵਾਲਾ, ਇਹ ਕਾਮ ਵਾਲਾ, ਇਹ ਲਾਲਚ ਵਾਲਾ, ਇਹ ਹੋਰ ਤਰ੍ਹਾਂ ਦਾ। ਇਸ ਗੱਲ ਨੂੰ ਤਾਂ ਜਾਣਦੇ ਨਹੀਂ ਹਨ। ਨਾਮ ਦੇਈ ਜਾਂਦੇ ਆ, ਹਰੇਕ ਨੂੰ ਨਾਮ ਦੇਈ ਜਾਂਦੇ ਆ ਵੀ ਨਾਮ ਤੁਹਾਡਾ ਦਿੱਤਾ ਦੱਸ ਕੀ ਕਰੂਗਾ। ਅਗਲਾ ਤਾਂ ਡਾਕੂ ਹੈ, ਉਹਦਾ ਮਨ ਤਾਂ ਜਿਹੜਾ ਠੱਗੀਆਂ ਮਾਰਨ ਦਾ ਹੈ, ਚੋਰਾਂ ਦਾ ਕੰਮ ਹੀ ਹੈ, ਤੀਵੀਂਬਾਜ਼ ਹੈ, ਕਰੋਧੀ ਹੈ, ਜੂਆ ਖੇਡਣ ਵਾਲਾ, ਸ਼ਰਾਬਾਂ ਪੀਣ ਵਾਲਾ, ਤੇ ਨਾਮ ਦਿੱਤਾ ਦੱਸ ਕੀ ਕਰੂਗਾ। ਕਹਿੰਦੇ ਕੱਚੇ ਗੁਰੂ ਜਾਣਦੇ ਨਹੀਂ ਹਨ। ਫਿਰ ਕਹਿੰਦੇ ਦਵਾਈ ਸਾਰਿਆਂ ਨੂੰ ਦਵਾਈ ਤੁਸੀਂ ਇੱਕੋ ਪ੍ਰਕਾਰ ਦੀ ਦੱਸੋ ਕਿਵੇਂ ਦੇ ਦੋਗੇ। ਮਿਰਗੀ ਵਾਲੇ ਨੂੰ ਬੁਖਾਰ ਵਾਲੀ ਦਵਾਈ ਜੇ ਦੇਈ ਜਾਈਏ, ਜਾਂ ਕੈਂਸਰ ਵਾਲੇ ਨੂੰ ਆਪਾਂ ਜਿਹੜੀ ਹੈ ਪਾਗਲਪਨ ਦੀ ਦਵਾਈ ਦੇਈ ਜਾਈਏ, ਤਾਂ ਕੋਈ ਡਾਕਟਰ ਨੂੰ ਸਿਆਣਾ ਕਹੂਗਾ? ਅਗਲਾ ਕੋਈ ਚੱਕੋ ਇਸ ਹਸਪੀਟਲ ਨੂੰ, ਇੱਥੋਂ ਪਰੇ ਕਰੋ। ਤਾਂ ਇਸ ਤਰ੍ਹਾਂ ਧਾਰਮਿਕ ਲੋਕਾਂ ਦੀ ਦਸ਼ਾ ਹੈ। ਕਹਿੰਦੇ ਇਹ ਦੇਖਦੇ ਨਹੀਂ ਵੀ ਰੋਗ ਕਿਹੜਾ ਹੈ, ਕਿਹੜੀ ਅਵਸਥਾ ਦਾ ਅਧਿਕਾਰੀ ਹੈ ਕੱਚੇ ਗੁਰੂ। ਤੇ ਕਹਿੰਦੇ ਕੱਚੇ ਡਾਕਟਰ ਦੀ ਤਰ੍ਹਾਂ ਅੰਦਰੋਂ ਕਹਿੰਦੇ ਰੋਗ ਨੂੰ ਜਾਣਦੇ ਨਹੀਂ ਹਨ, ਤੇ ਕਹਿੰਦੇ ਬਾਹਰੋਂ ਇਲਾਜ। ਤੇ ਇਸ ਤਰ੍ਹਾਂ ਸਾਰੀਆਂ ਬਿਮਾਰੀਆਂ ਦੀ ਭਵਾਂ ਨਾਮ ਸਾਰੀਆਂ ਬਿਮਾਰੀਆਂ ਦੀ ਦਵਾ ਹੈ।
ਪਰ ਫੇਰ ਵੀ ਅਧਿਕਾਰੀ ਦੇਖਣਾ ਜ਼ਰੂਰੀ ਹੈ। ਫੇਰ ਵੀ ਅਧਿਕਾਰੀ ਭਾਂਡਾ ਦੇਖਣਾ ਜ਼ਰੂਰੀ ਹੈ। ਭਵਾਂ ਨਾਮ ਸਾਰੀਆਂ ਬਿਮਾਰੀਆਂ ਦੀ ਦਵਾ ਹੈ, ਪਰ ਫੇਰ ਵੀ ਉਹਦੇ ਵਾਸਤੇ ਅਧਿਕਾਰੀ ਦੇਖਣਾ ਜ਼ਰੂਰੀ ਹੈ। ਪਰ ਕਹਿੰਦੇ ਇਸ ਤਰ੍ਹਾਂ ਕੱਚੇ ਜਿਹੜੇ ਵਿਕਾਰੀ, ਆਪ ਵਿਕਾਰੀ ਤੇ ਸੰਸਾਰ ਦੇ ਵਿੱਚ ਵਿਕਾਰੀ ਲੋਕਾਂ ਨੂੰ ਕਹਿੰਦੇ ਹਨ, ਇਸ ਪ੍ਰਕਾਰ ਨਾਲ ਕੱਚੇ ਗੁਰੂ ਜਿਹੜੇ ਸੰਸਾਰ ਦੇ ਵਿੱਚ ਨਾਮ ਦਿੰਦੇ ਹਨ, ਦੇ ਉਪਦੇਸ਼ ਹੈ ਗਤ ਦੇਈ, ਉਹਨਾਂ ਤੋਂ ਵਿਕਾਰਾਂ ਦਾ ਵਿਨਾਸ਼ ਨਹੀਂ ਹੁੰਦਾ। ਕਹਿੰਦੇ ਸੰਸਾਰ ਦੇ ਵਿੱਚ ਕਿਸੇ ਪ੍ਰਕਾਰ ਵੀ, ਸਗੋਂ ਵਿਕਾਰ ਹੋਰ ਉਪਦੇਸ਼ ਦੇ ਨਾਲ ਉਹਦੇ ਨਾਲ ਜਿਹੜੇ ਹਨ ਵਿਗੜਦੇ ਜਾਂਦੇ ਆ। ਕਿਸੇ ਪ੍ਰਕਾਰ ਕਿਸੇ ਦੀ ਗਤ ਨਹੀਂ ਹੁੰਦੀ ਹੈ। ਮਾਨਾ ਦਿਕ ਤੇ ਦੁਖ ਹੈ ਦੇਈ, ਉਹਨਾਂ ਨੂੰ ਮਾਨ ਆਦਿਕ ਤੋਂ, ਹੰਕਾਰ ਆਦਿਕ ਤੋਂ, ਲੋਭ ਆਦਿਕ ਤੋਂ ਹੋਰ ਸੰਸਾਰ ਦੇ ਵਿੱਚ ਦੁੱਖ ਹੁੰਦਾ ਹੈ। ਕਹਿੰਦੇ ਇਹਨਾਂ ਧੰਦਿਆਂ ਦੇ ਵਿੱਚ ਫਸ ਕਰਕੇ ਉਹ ਸਗੋਂ ਕਹਿੰਦੇ ਉੱਪਰੋਂ ਨਾਮ ਵੀ ਜਪੀ ਜਾਂਦੇ ਆ, ਪਰ ਇਸ ਚੁੰਗਲ ਦੇ ਵਿੱਚੋਂ ਨਿਕਲ ਨਹੀਂ ਸਕਦੇ, ਆਪਣੇ ਆਪ ਨੂੰ ਸੰਤੁਸ਼ਟ ਨਹੀਂ ਕਰ ਸਕਦੇ, ਦੁਖੀ ਹੁੰਦੇ ਹਨ। ਤੁਮ ਕੋ ਮਿਲਿਓ ਗੁਰੂ ਕੋ ਕਾਚਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਬਦੁਲ ਰਹਿਮਾਨ ਕਾਦਰੀ, ਇਸ ਤਰ੍ਹਾਂ ਦਾ ਫਰਕ ਹੈ ਸੱਚੇ ਡਾਕਟਰ ਤੇ ਕੱਚੇ ਡਾਕਟਰ ਦਾ, ਸੱਚੇ ਗੁਰੂ ਤੇ ਪੱਕੇ ਗੁਰੂ ਦਾ ਇਸ ਤਰ੍ਹਾਂ ਦਾ ਫਰਕ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ ਅਬਦੁਲ ਰਹਿਮਾਨ ਕਾਦਰੀ, ਲੱਗਦਾ ਕਿ ਤੈਨੂੰ ਵੀ ਕੋਈ ਗੁਰੂ ਹੈ ਨਾ ਜਿਹੜਾ ਡਾਕਟਰ ਪੂਰਾ ਨਹੀਂ ਮਿਲਿਆ, ਉਹਨੇ ਅੰਦਰੋਂ ਹੱਡੀ ਟੁੱਟੀ ਹੋਈ ਨਹੀਂ ਦੇਖੀ। ਮਹਾਰਾਜ ਜੀ ਕਹਿੰਦੇ ਬਾਹਰੋਂ ਦਵਾਈਆਂ ਤੈਨੂੰ ਦੇਤੀਆਂ, ਚਲੀਸੇ ਕਟਾਤੇ ਤੇ ਤੋ ਸ਼ਬਦ ਜਪਾਤੇ, ਪਰ ਉਹ ਅੰਦਰੋਂ ਤੇਰੀ ਹੱਡੀ ਟੁੱਟੀ ਹੋਈ ਨਹੀਂ ਦੇਖੀ, ਵੀ ਤੇਰੀ ਬਿਰਤੀ ਕਿਹੋ ਜਿਹੀ ਹੈ। ਇਹ ਕਰਕੇ ਵੀ ਸਭ ਕੁਝ ਮਹਾਰਾਜ ਕਹਿੰਦੇ ਚਲੀਸੇ ਕੱਟ ਕੇ ਤੇ ਆ ਸਾਧਨ ਕਰਕੇ ਵੀ ਧਾਰਮਿਕ, ਤੇ ਤੂੰ ਐਸ ਬਿਰਤੀ ਦੇ ਵਿੱਚ ਫਸਿਆ ਫਿਰਦਾ। ਕਹਿੰਦੇ ਤੈਨੂੰ ਸੱਚਾ ਗੁਰੂ ਲੱਗਦਾ ਮਿਲਿਆ ਨਹੀਂ ਹੈ ਅਜੇ ਤੱਕ, ਨਹੀਂ ਲਕਾਇਓ ਰੂਪ ਸੋ ਕਾਚਾ, ਉਹਨੇ ਤੈਨੂੰ ਅਸਲ ਆਤਮਾ ਦੇ ਰੂਪ ਦੀ ਸਾਖਿਆਤਕਾਰਤਾ ਨਹੀਂ ਕਰਵਾਈ ਪੀਰ ਜੀ ਅਜੇ ਤੱਕ। ਫਸੇ ਮਾਨ ਮੈਂ ਪਖੇ ਕਹਿ ਰਹੀ, ਇਸ ਕਰਕੇ ਮਾਨ ਹੰਕਾਰ ਹੰਗਤਾ ਬਿਰਤੀ ਦੇ ਵਿੱਚ ਤੁਸੀਂ ਪੱਖਵਾਦੀ ਬਿਰਤੀ ਚੁਲਝੇ ਹੋਏ ਹੋ। ਹਜੇ ਹਿੰਦੂ ਮੁਸਲਮਾਨ ਦੀ ਪੱਖਵਾਦੀ ਬਿਰਤੀ 'ਚ ਸੱਚੀ ਬੰਦਗੀ ਨੂੰ ਛੱਡ ਕਰਕੇ ਉਲਝੇ ਹੋਏ ਹੋ। ਕਿਸੇ ਨੂੰ ਨੀਵਾਂ ਮੰਨਦੇ ਹੋ, ਕਿਸੇ ਨੂੰ ਉੱਚਾ ਮੰਨਦੇ ਹੋ। ਆਪਣਾ ਰੂਪ ਪਛਾਣੋ ਦੇਹੀ, ਆਪਣੇ ਰੂਪ ਨੂੰ ਜਿਹੜਾ ਹੈ ਦੇਹੀ ਰੂਪ ਦੀ ਪਛਾਣ ਕਰੋ ਤੁਸੀਂ। ਇਹ ਵੀ ਦੇਹੀ ਦੇ ਵਿੱਚ ਹੈ ਕੌਣ, ਇਹਦੀ ਪਛਾਣ ਨਹੀਂ ਤੁਸੀਂ ਅਸੀਂ ਕੀਤੀ ਅਜੇ। ਜਿਹੜਾ ਤੁਸੀਂ ਦੇਹੀ ਰੂਪਾਂ ਦੇ ਵਿੱਚ ਤੁਰੇ ਫਿਰਦੇ ਹੋ, ਜਿਹੜਾ ਉੱਪਰਲਾ ਨਾਮ ਰੂਪ ਥਾਂ ਹੈ, ਨਾਮ ਹੈ, ਨਾਂ ਦੇ ਦਿੱਤਾ। ਜੇ ਹੁਣ ਸਾਰਿਆਂ ਦਾ ਇੱਕ ਹੀ ਨਾਂ ਹੋਵੇ ਤਾਂ ਉੱਥੇ ਹੁਣ ਕਿਹੜੇ ਦਾ ਪਿੰਡ ਦੇ ਵਿੱਚ ਮੁਕੱਦਮਾ ਹੋ ਜਾਵੇ, ਕਿਸੇ ਦਾ ਸਿਰ ਕੋਈ ਪਾੜ ਦੇਵੇ, ਦੱਸ ਕਿਹੜੇ ਦਾ ਸਰਪੰਚ ਦਾ ਲਿਖੂਗਾ ਕਿ ਨੰਬਰਦਾਰ ਦਾ ਲਿਖੂਗਾ ਕਿ ਗੁਰਦੁਆਰੇ ਦੇ ਗ੍ਰੰਥੀ ਦਾ ਲਿਖੂਗਾ ਕਿ ਕਿਸੇ ਹੋਰ ਦਾ ਲਿਖੂਗਾ? ਕਿਹੜੇ ਦਾ, ਜਦੋਂ ਨਾਂ ਹੀ ਨਹੀਂ ਉਹਨਾਂ ਦਾ, ਸਾਰਿਆਂ ਦਾ ਨਾਂ ਇੱਕ ਹੀ ਹੈ, ਸਾਰੇ ਪਿੰਡ ਦਾ ਇੱਕ ਹੈ। ਇਸ ਕਰਕੇ ਨਾਂ ਹੈ ਜਿਹੜਾ ਅਲੱਗ-ਅਲੱਗ ਰੱਖਣਾ ਪੈਂਦਾ ਹੈ ਪਛਾਣ ਵਾਸਤੇ। ਫਿਰ ਰੂਪ ਹੈ ਉਹਨਾਂ ਦਾ ਮਹਾਂਦਰਾ। ਜੇ ਸਾਰਿਆਂ ਦੇ ਮਹਾਂਦਰੇ ਇੱਕ ਹੀ ਹੋਣਗੇ, ਕਿਹੜੇ ਨੂੰ ਜਾ ਕੇ ਫੜ ਕੇ ਜੇਲ੍ਹ ਦੇ ਵਿੱਚ ਪਾਊਗਾ, ਕਿਹੜੇ ਨੂੰ ਜਾ ਕੇ ਅਰੈਸਟ ਕਰੂਗਾ? ਸਾਰਿਆਂ ਦੇ ਮਹਾਂਦਰੇ ਇੱਕੋ ਜਿਹੇ ਹੀ ਨੇ। ਇਸ ਕਰਕੇ ਮਹਾਂਦਰੇ ਅਲੱਗ ਦਿੱਤੇ, ਅਲੱਗ-ਅਲੱਗ ਰੱਖਣੇ ਸੀ। ਜੇ ਮਨ ਇੱਕ ਹੁੰਦੇ ਫਿਰ ਉਹਨੂੰ ਰੰਗੀ ਭਾਂਤੀ ਕਹਿਣ ਦੀ ਕੀ ਜ਼ਰੂਰਤ ਸੀ? ਫਿਰ ਰੰਗੀ ਭਾਂਤੀ ਦਾ ਤਾਂ ਭੋਗ ਪੈ ਗਿਆ, ਫਿਰ ਤਾਂ ਇੱਕੋ ਜਿਹੇ ਹੋ ਗਏ, ਬਸ ਇੱਕੋ ਜਿਹੇ ਉਹਨੇ ਮਹਾਂਦਰੇ ਇੱਕੋ ਜਿਹੇ। ਇਸ ਕਰਕੇ ਉਹਨੇ ਅੱਡ-ਅੱਡ ਸਬਜੈਕਟ ਰੱਖਣਾ ਕੀਤਾ। ਇਸ ਤਰ੍ਹਾਂ ਨਾਮ ਰੂਪ ਤੇ ਥਾਂ ਹੈ ਜਿਹੜਾ, ਇਹ ਨਾਸਵਾਨ ਹੈ, ਪਰ ਅਸਤੀ ਭਾਂਤੀ ਪ੍ਰਿਯ ਸਤ ਚੇਤਨ ਆਨੰਦ, ਇਹ ਜਿਹੜੇ ਉਹਦੇ ਕੁਟਸਥ ਲੱਛਣ ਨੇ ਇਹ ਸਦਾ ਰਹਿਣ ਵਾਲੇ ਹਨ। ਤਾਂ ਕਹਿੰਦੇ ਹਨ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ, ਇਹ ਪੀਰ ਅਬਦੁਲ ਰਹਿਮਾਨ, ਉਹ ਸਦਾ ਹੀ ਇਹਨਾਂ ਲੱਛਣਾਂ ਵਾਲਾ ਹੈ। ਦੋਹਰਾ ਸੇਕ ਕਹੈ ਨਾਨਕ ਤਪਾ ਕੇਤਿਕ ਤੂੰ ਅਧਕਾਏ, ਆਪਦੇ ਰੂਪ ਉਸ ਨੂੰ ਪਛਾਣਨਾ ਚਾਹੀਦਾ। ਤਾਂ ਅਬਦੁਲ ਰਹਿਮਾਨ ਕਹਿਣ ਲੱਗਾ, ਨਾਨਕ ਤਪਾ ਜੀ ਕੇਤਿਕ ਤੂੰ ਅਧਕਾਏ, ਕਹਿੰਦਾ ਤੂੰ ਕਿੱਡਾ ਕੁ ਵੱਡਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਤੂੰ ਐਡੇ ਐਡੇ ਬਚਨ ਕਰਦਾ ਹੈ, ਮਹਾਰਾਜ ਤੂੰ ਕਿੱਡਾ ਕੁ ਵੱਡਾ ਹੈ, ਤੇਰੀ ਕਿੱਡੀ ਕੁ ਤਾਕਤ ਹੈ, ਮੈਨੂੰ ਦੱਸ। ਨਦਰ ਤਰੇ ਅਨਤ ਨਹੀਂ ਦੋਨੋਂ ਪੱਖ ਗਵਾਏ, ਤੂੰ ਦੋਨਾਂ ਪੱਖਾਂ ਤੇ ਜਿਹੜੀ ਟੀਕਾ ਟਿੱਪਣੀ ਕਰੀ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਅਬਦੁਲ ਰਹਿਮਾਨ ਕਾਦਰੀ ਕੀ ਕਹਿਣ ਲੱਗਾ? ਜਦੋਂ ਮਹਾਰਾਜ ਜੀ ਨੇ ਕਿਹਾ ਆਪਣਾ ਰੂਪ ਪਛਾਣਿਆ ਦੇਹੀ, ਦੇਹੀ ਦੇ ਵਿੱਚ ਪਛਾਣ ਵੀ ਕੌਣ ਹੈ? ਤਾਂ ਕਹਿਣ ਲੱਗਾ ਤੂੰ ਐਡੀਆਂ ਗੱਲਾਂ ਕਰਦਾ ਜਿਹੜਾ ਅਨੇਕਾਂ ਪੱਖਾਂ ਨੂੰ ਗਵਾ ਕੇ ਤੂੰ ਕਹਿੰਦਾ ਪੱਖ ਗਵਾ ਦਿਓ, ਤੂੰ ਕੋਈ ਨਵੇਂ ਧਰਮ ਦੀ ਸਥਾਪਨਾ ਕਰੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦਾ, ਅੱਜ ਆਪਾਂ ਤਾਂ ਕਹੀ ਜਾਂਦੇ ਆ 500 ਸਾਲ ਬਾਅਦ ਇਹ ਗੱਲ ਨੂੰ ਕਥਾ ਵਿਚਾਰ ਕਰੀ ਜਾਂਦੇ ਆ। ਜਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਨਵਾਂ ਖਿਆਲ ਦਿੱਤਾ ਹੋਊਗਾ ਤਾਂ ਦੱਸੋ ਉਹਨਾਂ ਦੀ ਕਿੰਨੀ ਵਿਰੋਧਤਾ ਹੋਈ ਹੋਊਗੀ। ਮੰਨਣ ਵਾਲੇ ਵੀ ਹੋਣਗੇ, ਮੰਨਣ ਵਾਲੇ ਵੀ ਕਹਿੰਦੇ ਹੋਣਗੇ, 4-10 ਜੁੜ ਵੀ ਗਏ ਹੋਣਗੇ, ਪਰ ਦੇਖੋ ਨਾ, ਜੇ ਵਿਰੋਧਤਾ ਨਾ ਹੁੰਦੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਸ਼ਹੀਦੀ ਦਾ ਕਾਰਨ ਕਿਉਂ ਬਣਦਾ? ਜੇ ਸਾਰੇ ਮੰਨਣ ਵਾਲੇ ਹੁੰਦੇ ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜਦੇ ਸ਼ਹੀਦੀ ਦਾ ਕਾਰਨ ਕਿਉਂ? 6ਵੇਂ ਪਾਤਸ਼ਾਹ ਨੂੰ ਤਲਵਾਰ ਮੇਰੀ ਪੇਰੀ ਕਿਉਂ ਧਾਰਨ ਕਰਨੀ ਪੈਂਦੀ? ਪਰ ਉਹ ਸਾਰਿਆਂ ਦਾ ਕਾਰਨ ਮਨ ਚਿੱਤ ਬਿਰਤੀ ਇੱਕੋ ਜੀ ਨਹੀਂ ਸੀ। ਇਸ ਕਰਕੇ ਵਿਰੋਧ ਵਾਲੇ ਵੀ ਸਨ। ਤਾਂ ਕਹਿਣ ਲੱਗਾ ਸੱਚੇ ਪਾਤਸ਼ਾਹ ਤੂੰ ਦੋਵੇਂ, ਕਹਿੰਦਾ ਮਹਾਰਾਜ ਤੂੰ ਦੋਨੇ ਪੱਖਾਂ ਨੂੰ ਗਵਾ ਕਰਕੇ ਗੱਲ ਕਰਦਾ,
ਤੂੰ ਕਿਹੜਾ ਤੂੰ ਨਵਾਂ ਧਰਮ ਜਿਹੜਾ ਪੰਥ ਚਲਾ ਦੇਵੇਂਗਾ। ਦੋਨੇ ਪੱਖ, ਨਾ ਤੂੰ ਕਹਿੰਦਾ ਹਿੰਦੂ ਨਾ ਮੁਸਲਮਾਨ, ਇਹ ਜਿਹੜਾ ਤੇਰਾ ਕਿਹੜਾ ਮਤ ਹੋ ਗਿਆ, ਤੇਰਾ ਕਿਹੜਾ ਪੰਥ ਹੋ ਗਿਆ। ਚੌਪਈ ਸ੍ਰੀ ਗੁਰੂ ਬੋਲੇ ਨਦਰ ਸੋ ਦੂਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਿਡਰ ਅਡੋਲ ਨਿਰਭਉ ਨਿਰਵੈਰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਦਰ ਸੋ ਦੂਰ। ਉਹ ਕਹਿੰਦੇ ਤੇਰੀ ਨਜ਼ਰ ਤਾਂ ਇੱਥੇ ਨੇੜੇ ਨੇੜੇ ਜਿਹੜੀ ਆ 500-700 ਮੀਲ ਤੇ ਤੁਰੀ ਫਿਰਦੀ ਹੈ। ਤੇਰੀ ਤਾਂ ਆਪਦੇ 5-7-10-50 ਕਿੱਲਿਆਂ ਜਾਂ ਪਿੰਡ ਦੀ ਜ਼ਮੀਨ ਤੱਕ ਤੁਰੀ ਫਿਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਜ਼ਰ ਸੋ ਦੂਰ। ਸਾਡੀ ਨਜ਼ਰ ਬਹੁਤ ਦੂਰ ਹੈ ਪ੍ਰਮਾਤਮਾ ਦੀ ਕਿਰਪਾ ਨਾਲ, ਬਹੁਤ ਦੂਰ ਦੀ ਗੱਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਤਾਂ ਇੱਥੇ ਤੁਰਿਆ ਫਿਰਦਾ ਇਹ ਦੋਨਾਂ ਪੱਖਾਂ ਦੇ ਵਿੱਚ, ਹਿੰਦੂਆਂ ਮੁਸਲਮਾਨਾਂ ਦੇ ਪੱਖ ਦੇ ਵਿੱਚ ਜਿਹੜਾ ਉਲਝਿਆ ਫਿਰਦਾ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤੂੰ ਗਾਹਾਂ ਵੀ ਦੇਖ ਲਾ ਵੀ ਇਹ ਪੱਖ ਤੋਂ ਗਾਹਾਂ ਕਿਹੜਾ ਹੈ, ਇਹਦੀ ਜੜ ਕਿਹੜੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਬਹੁਤ ਸਾਰੀਆਂ ਤਰੁੱਟੀਆਂ ਵਿਚਾਰ ਕਰਦਿਆਂ ਰਹਿ ਜਾਣੀਆਂ, ਸੁਭਾਵਿਕ ਹੁੰਦੀਆਂ। ਦਾਸ ਕੇ ਮਹਾਰਾਜ ਜਾ ਚੱਕਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇੱਥੇ ਇਹਨਾਂ ਪੰਕਤੀਆਂ ਨੂੰ ਉਚਾਰ ਕੇ ਗੁਰੂ ਸਤੋਤਰ ਪੜ੍ਹੀਏ ਤੇ ਕਿਸ ਤਰ੍ਹਾਂ ਇਹ ਅਬਦੁਲ ਰਹਿਮਾਨ ਕਾਦਰੀ ਨੂੰ ਮਹਾਰਾਜ ਜੀ ਉਪਦੇਸ਼ ਦੇ ਕਰਕੇ ਫਿਰ ਸਿੱਖ ਹੋ ਜਾਂਦਾ ਮਹਾਰਾਜ ਜੀ ਦਾ। ਬੜੇ ਪ੍ਰਕਾਰ ਨਾਲ ਫਿਰ ਸਾਰੇ ਆਪਦੇ ਸੇਵਕਾਂ ਨੂੰ ਵੀ ਕਹਿੰਦਾ ਵੀ ਖੁਦਾ ਤਾਂ ਇਹ ਹੈ, ਮੈਂ ਤਾਂ ਉਦਾਂ ਹੀ ਆ ਜਿਹੜਾ ਭੰਬਲ ਭੂਸੇ ਦੇ ਵਿੱਚ ਫਸਿਆ ਰਿਹਾ। ਐਡੇ ਐਡੇ ਪੀਰ ਜਿਹੜੇ, ਤਾਂ ਹੀ ਤਾਂ ਕਿਹਾ ਹਿੰਦੂ ਮੁਸਲਮਾਨ ਨਿਭਾਇਆ, ਪੀਰ ਅਮੀਰ ਸਾਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਚਾ ਸ਼ਕਤੀ ਸੰਵਾਦ ਕਰਕੇ ਕਹਿੰਦੇ ਹਰਾ ਦਿੱਤੇ, ਉਹਨਾਂ ਨੂੰ ਸਿੱਧੇ ਰਾਹ ਪਾ ਦਿੱਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਇਸ ਕਰਕੇ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸੰਸਾਰ ਦੇ ਵਿੱਚ ਐਸਾ ਚਾਨਣ ਕਰ ਦਿੱਤਾ ਗੁਰੂ ਨਾਨਕ ਦੇ, ਉਹ ਚਾਨਣ ਨੂੰ ਆਪਾਂ ਆਪਣੇ ਹਿਰਦੇ ਦੇ ਵਿੱਚ ਵੀ ਪੈਦਾ ਕਰੀਏ ਬਾਣੀ ਦੁਆਰਾ, ਇਤਿਹਾਸ ਦੁਆਰਾ। ਆਓ ਇੱਥੇ ਹੀ ਇਹਨਾਂ ਪੰਕਤੀਆਂ ਨਾਲ ਗੁਰੂ ਸਤੋਤਰ ਪੜ੍ਹੀਏ। ਸੇਖ ਕਹੈ ਨਾਨਕ ਤਪਾ ਕੇਤਕ ਤੂੰ ਅਧਿਕਾਏ, ਨਦਰ ਤਰੇ ਆਨਤ ਨਹੀਂ ਦੋਨੋਂ ਪੱਖ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚਤ ਹੈ ਪਾਰ ਬ੍ਰਹਮ ਅਬਨਾਸੀ ਅਬਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਵਟੇ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੇ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਧਰ ਸੇ ਮੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਧਰ ਸੇ ਮੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।